ਹਾਲੇਲੂਇਆ। ਸਾਰਿਆਂ ਨੂੰ ਜੈ ਮਸੀਹ ਦੀ। ਪਰਮੇਸ਼ਵਰ ਦੀ ਪਵਿੱਤਰ ਹਜ਼ੂਰੀ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਪਰਮੇਸ਼ਵਰ ਦੇ ਵਚਨ ਦੇ ਲਈ ਆਪਣੇ ਹੱਥਾਂ ਨੂੰ ਉਠਾਓ, ਤਾੜੀਆਂ ਦੇ ਨਾਲ ਪਰਮੇਸ਼ਵਰ ਦੇ ਵਚਨ ਦਾ ਸਵਾਗਤ ਕਰੋ। ਧੰਨਵਾਦ ਕਰੋ ਖੁਦਾਵੰਦ ਦਾ, ਧੰਨਵਾਦ ਕਰੋ ਖੁਦਾਵੰਦ ਦੇ ਕੰਮਾਂ ਦੇ ਲਈ। ਖੁਦਾਵੰਦ ਜੋ ਆਪਣੇ ਲੋਕਾਂ ਦੇ ਜੀਵਨ ਦੇ ਅੰਦਰ ਕੰਮ ਕਰਦਾ ਹੈ, ਉਸ ਲਈ ਪਰਮੇਸ਼ਵਰ ਦਾ ਧੰਨਵਾਦ ਕਰੋ। ਹਾਲੇਲੂਇਆ, ਹਾਲੇਲੂਇਆ। ਕਿੰਨੇ ਲੋਕ ਖੁਸ਼ ਹਨ? ਆਪਣੇ ਹੱਥਾਂ ਨੂੰ ਉਠਾਓ। ਆਲਮੋਸਟ ਆਨੰਦਿਤ ਹੋ ਤੁਸੀਂ, ਫਿਰ ਤੁਹਾਡਾ ਆਨੰਦ ਨਜ਼ਰ ਆਉਣਾ ਚਾਹੀਦਾ ਹੈ। ਧੰਨਵਾਦ ਕਰੋ ਖੁਦਾਵੰਦ। ਤੁਹਾਡਾ ਆਨੰਦ ਪਤਾ ਲੱਗਣਾ ਚਾਹੀਦਾ ਹੈ ਕਿ ਤੁਸੀਂ ਸੱਚਮੁੱਚ ਆਨੰਦਿਤ ਹੋ। ਤੁਹਾਨੂੰ ਖੁਦਾ ਨੇ ਆਨੰਦਿਤ ਰੱਖਿਆ ਹੈ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਸਾਰਿਆਂ ਨੂੰ ਜੈ ਮਸੀਹ ਦੀ। ਤੁਸੀਂ ਪਿਛਲੇ ਸੰਡੇ ਵਚਨ ਸੁਣਿਆ, ਸੁਪਰਨੈਚੁਰਲ ਲਾਈਫ ਸਟਾਈਲ, ਅਲੌਕਿਕ ਜੀਵਨ ਸ਼ੈਲੀ। ਸਾਡਾ ਜੀਵਨ ਅਲੌਕਿਕ ਹੈ। ਪਰਮੇਸ਼ਵਰ ਨੇ ਸਾਨੂੰ ਧਰਤੀ ਦੇ ਉੱਤੇ ਅਲੌਕਿਕ ਬਣਾਇਆ ਹੈ। ਵੀ ਆਰ ਏ ਸੁਪਰਨੈਚੁਰਲ ਬੀਇੰਗਸ। ਅਸੀਂ ਅਲੌਕਿਕ ਵਿਅਕਤੀ ਹਾਂ ਔਰ ਤੁਸੀਂ ਸੰਸਾਰ ਤੋਂ ਅਲੱਗ ਹੋ ਕੇ ਅਲੌਕਿਕਤਾ ਦੇ ਅੰਦਰ ਪ੍ਰਵੇਸ਼ ਕਰਨਾ ਹੈ। ਬੋਲੋ ਆਮੇਨ, ਬੋਲੋ ਆਮੇਨ। ਮੈਂ ਤੁਹਾਡੇ ਜੀਵਨਾਂ ਦੇ ਉੱਤੇ ਭਵਿੱਖਬਾਣੀ ਕਰਦਾ ਹਾਂ। ਯੂ ਹੈਵ ਟੂ ਸੀ ਦ ਸੁਪਰਨੈਚੁਰਲ ਥਿੰਗਸ ਇਨ ਯੋਰ ਲਾਈਫ। ਤੁਸੀਂ ਆਪਣੇ ਜੀਵਨ ਦੇ ਅੰਦਰ ਚਮਤਕਾਰ ਦੇਖਣ ਲਈ ਜਾ ਰਹੇ ਹੋ ਯਿਸੂ ਮਸੀਹ ਦੇ ਨਾਮ ਵਿੱਚ। ਤੁਸੀਂ ਆਪਣੇ ਜੀਵਨ ਦੇ ਅੰਦਰ ਅਲੌਕਿਕ ਕੰਮਾਂ ਨੂੰ ਦੇਖਣ ਲਈ ਜਾ ਰਹੇ ਹੋ ਯਿਸੂ ਮਸੀਹ ਦੇ ਨਾਮ ਵਿੱਚ। ਅਲੌਕਿਕ ਕੰਮ ਤੁਹਾਡੇ ਜੀਵਨ ਦਾ ਹਿੱਸਾ ਹੋਣਗੇ। ਅਲੌਕਿਕ ਕੰਮ ਤੁਹਾਡੇ ਪਰਿਵਾਰ ਦਾ ਹਿੱਸਾ ਹੋਣਗੇ। ਅਲੌਕਿਕ ਤੁਹਾਡੇ ਜੀਵਨ, ਤੁਹਾਡੇ ਪਰਿਵਾਰ, ਤੁਹਾਡੀ ਜੌਬ, ਤੁਹਾਡੇ ਬਿਜ਼ਨਸ ਦੇ ਅੰਦਰ ਹੋਏਗਾ ਯਿਸੂ ਮਸੀਹ ਦੇ ਨਾਮ ਵਿੱਚ। ਬੋਲੋ ਆਮੇਨ, ਬੋਲੋ ਆਮੇਨ। ਯਿਸੂ ਮਸੀਹ ਦਾ ਸਰੀਰ ਜੋ ਸੀ ਉਹ ਸੁਪਰਨੈਚੁਰਲ ਸੀ। ਯਿਸੂ ਮਸੀਹ ਦੀ ਬਾਡੀ ਸੁਪਰਨੈਚੁਰਲ ਬਾਡੀ ਸੀ। ਯਿਸੂ ਮਸੀਹ ਦੀਆਂ ਅੱਖਾਂ ਸੁਪਰਨੈਚੁਰਲ ਸਨ। ਯਿਸੂ ਮਸੀਹ ਦਾ ਥੁੱਕ ਵੀ ਸੁਪਰਨੈਚੁਰਲ ਸੀ। ਯਿਸੂ ਮਸੀਹ ਦੇ ਟੱਚ, ਛੂਣਾ ਸੁਪਰਨੈਚੁਰਲ ਸੀ। ਜੇ ਯਿਸੂ ਮਸੀਹ ਕਿਸੇ ਨੂੰ ਛੂ ਲੈਂਦੇ ਜਾਂ ਕੋਈ ਵਿਅਕਤੀ ਯਿਸੂ ਮਸੀਹ ਨੂੰ ਛੂ ਲੈਂਦਾ, ਉਹ ਸੇਮ ਵਾਪਸ ਨਹੀਂ ਜਾਂਦਾ। ਬੋਲੋ ਆਮੇਨ, ਬੋਲੋ ਆਮੇਨ। ਅੱਜ ਕੋਈ ਨਾ ਕੋਈ ਵਿਅਕਤੀ ਉਹ ਸੁਪਰਨੈਚੁਰਲ ਸਾਮਰਥ ਨੂੰ ਰਿਸੀਵ ਕਰੇਗਾ ਯਿਸੂ ਮਸੀਹ ਦੇ ਨਾਮ ਵਿੱਚ। ਉਹ ਸੁਪਰਨੈਚੁਰਲ ਸਾਮਰਥ ਜਿਹਦੇ ਦੇਖਣ ਦੇ ਨਾਲ ਅਲੌਕਿਕ ਕੰਮ ਹੁੰਦੇ ਹਨ, ਜਿਹਦੇ ਛੂਣ ਦੇ ਨਾਲ ਅਲੌਕਿਕ ਕੰਮ ਹੁੰਦੇ ਹਨ, ਜਿਹੜੇ ਟੱਚ ਕਰਨ ਦੇ ਨਾਲ ਅਲੌਕਿਕ ਕੰਮ ਹੁੰਦੇ ਹਨ। ਸੁਪਰਨੈਚੁਰਲ। ਹਾਲੇਲੂਇਆ, ਹਾਲੇਲੂਇਆ। ਆਪਣੇ ਆਪ ਨੂੰ ਬਚਾ ਕੇ ਰੱਖੋਗੇ ਜੇ ਧਰਤੀ ਉੱਤੇ ਤੁਸੀਂ ਆਪਣੇ ਆਪ ਨੂੰ ਅਲੱਗ ਰੱਖੋਗੇ। ਜੇ ਧਰਤੀ ਦੇ ਉੱਤੇ ਤੁਸੀਂ ਆਪਣੇ ਆਪ ਨੂੰ ਵੱਖਰੇ ਕਰੋਗੇ ਸੰਸਾਰ ਦੇ ਨਾਲੋਂ, ਲੋਕਾਂ ਦੇ ਨਾਲੋਂ, ਆਪਣੇ ਰਿਸ਼ਤੇਦਾਰਾਂ ਦੇ ਨਾਲੋਂ, ਆਪਣੇ ਫਰੈਂਡਸ ਦੇ ਨਾਲੋਂ, ਔਰ ਤੁਸੀਂ ਪਰਮੇਸ਼ਵਰ ਦੀ ਹਜ਼ੂਰੀ ਚ ਰਹੋਗੇ, ਤੁਸੀਂ ਅਲੌਕਿਕ ਵਿੱਚ ਬਦਲਦੇ ਚਲੇ ਜਾਓਗੇ। ਤੁਸੀਂ ਸੁਪਰਨੈਚੁਰਲ ਵਿੱਚ ਬਦਲਦੇ ਚਲੇ ਜਾਓਗੇ। ਸੁਪਰਨੈਚੁਰਲ ਦੇ ਵਿੱਚ ਬਦਲਦੇ ਚਲੇ ਜਾਓਗੇ। ਬੋਲੋ ਆਮੇਨ, ਬੋਲੋ ਆਮੇਨ। ਬੋਡੀ ਆਫ ਕ੍ਰਾਈਸਟ ਇਜ਼ ਏ ਸੁਪਰਨੈਚੁਰਲ। ਮਸੀਹ ਦੀ ਦੇਹ ਸੁਪਰਨੈਚੁਰਲ ਹੈ। ਮਸੀਹ ਦੀ ਦੇਹ ਅਲੌਕਿਕ ਹੈ ਔਰ ਅਸੀਂ ਸਾਰੇ ਮਸੀਹ ਦੀ ਦੇਹ ਦਾ ਹਿੱਸਾ ਹਾਂ। ਅਸੀਂ ਸਾਰੇ ਯਿਸੂ ਮਸੀਹ ਦੀ ਅਲੌਕਿਕ ਦੇਹ ਦਾ ਹਿੱਸਾ ਹਾਂ। ਬੋਲੋ ਆਮੇਨ, ਬੋਲੋ ਆਮੇਨ। ਹਾਲੇਲੂਇਆ। ਬਾਈਬਲ ਦੇ ਲਿਖਿਆ, ਵਚਨ ਦੇ ਅੰਦਰ ਲਿਖਿਆ, ਜੇ ਅਸੀਂ ਉਤਪਤੀ ਦੀ ਪੁਸਤਕ ਨੂੰ ਦੇਖੀਏ, ਉਤਪਤੀ ਦੀ ਪੁਸਤਕ ਦੇ ਅੰਦਰ ਇੱਕ ਅਧਿਆਇ ਦੇ ਅੰਦਰ ਦੇਖੀਏ, ਪਰਮੇਸ਼ਵਰ ਨੇ ਅਲੌਕਿਕ ਰੀਤੀ ਨਾਲ ਧਰਤੀ ਦੀ ਰਚਨਾ ਕੀਤੀ। ਸੁਪਰਨੈਚੁਰਲ ਤਰੀਕੇ ਦੇ ਨਾਲ ਧਰਤੀ ਦੀ ਰਚਨਾ ਕੀਤੀ। ਪਰਮੇਸ਼ਵਰ ਨੇ ਕੋਈ ਚੀਜ਼ ਨਹੀਂ ਲਈ। ਬਾਈਬਲ 'ਚ ਲਿਖਿਆ, परमेश्वर ने कहा उजियाला हो तो उजियाला हो गया। आमेन, आमेन, आमेन। परमेश्वर ने कोई चीज नहीं ली जिहदे नाल लाइट नूं बनाया। परमेश्वर ने जस्ट बोलिया, सिर्फ बोलिया। इट इज ए सुपरनैचुरल, अलौकिक है। परमेश्वर ने बोलिया, परमेश्वर ने बोलिया जल दो भाग हो जाए। धरती का जल अलग ते आकाश का जल अलग हो जाए। परमेश्वर ने बोलिया, वास्तव में हो गया। सुपरनैचुरल। परमेश्वर ने कहा पेड़ पौधे बन जान और पेड़ पौधे जेड़े बन जान उन्हां दे बीज उन्हां दे अंदर होण। अलौकिक है,
बोलो आमेन। ਜਦੋਂ ਸ੍ਰਿਸ਼ਟੀ ਦੀ ਸ਼ੁਰੂਆਤ ਕੀਤੀ ਪਰਮੇਸ਼ਵਰ ਨੇ ਸੁਪਰਨੈਚੁਰਲ ਤੋਂ ਕੀਤੀ ਸ੍ਰਿਸ਼ਟੀ ਦੀ ਸ਼ੁਰੂਆਤ, ਕਿਉਂਕਿ ਪਰਮੇਸ਼ਵਰ ਜਦੋਂ ਕੰਮ ਕਰਦਾ ਹੈ ਉਹ ਅਦਭੁਤ ਕੰਮ ਕਰਦਾ ਹੈ। ਜਦੋਂ ਕ੍ਰੀਏਸ਼ਨ ਕੀਤੀ ਪਰਮੇਸ਼ਵਰ ਨੇ ਉਹ ਅਲੌਕਿਕ ਤਰੀਕੇ ਨਾਲ ਕੀਤੀ। ਪਰਮੇਸ਼ਵਰ ਨੇ ਬੋਲਿਆ ਸੂਰਜ ਚੰਦਰਮਾ ਤੇ ਤਾਰੇ ਬਣ ਜਾਣ, ਪਰਮੇਸ਼ਵਰ ਨੇ ਬੋਲਿਆ ਔਰ ਉਹ ਵਾਸਤਵ ਵਿੱਚ ਬਣ ਗਏ। ਬੋਲੋ ਆਮੇਨ। ਸੁਣੋ ਧਿਆਨ ਦੇ ਨਾਲ, ਅਗਰ ਤੁਸੀਂ ਕੋਈ ਵੀ ਚੀਜ਼ ਬਣਾਉਂਦੇ ਹੋ ਤੁਹਾਨੂੰ ਕੁਝ ਨਾ ਕੁਝ ਸਮਾਨ ਚਾਹੀਦਾ ਹੈ, ਹਾਂ ਜਾਂ ਨਾ। ਜੇ ਟੇਬਲ ਬਣਾਉਣਾ ਹੈ ਤਾਂ ਲੱਕੜ ਚਾਹੀਦੀ ਹੈ, ਜੇ ਟੇਬਲ ਬਣਾਉਣਾ ਹੈ ਤਾਂ ਲੱਕੜ ਚਾਹੀਦੀ ਹੈ। ਜੇ ਘਰ ਬਣਾਉਣਾ ਹੈ ਤਾਂ ਇੱਟਾਂ ਸੀਮੈਂਟ ਬਜਰੀ ਰੇਤਾ ਸਰੀਆ ਚਾਹੀਦਾ ਹੈ। ਜੇ ਟੈਂਟ ਬਣਾਉਣਾ ਹੈ ਤਾਂ ਕੱਪੜਾ ਚਾਹੀਦਾ ਹੈ। ਜੇ ਹਾਰਮੋਨੀਅਮ ਬਣਾਉਣਾ ਹੈ ਤਾਂ ਲੱਕੜ ਤੇ ਸੁਰਾਂ ਚਾਹੀਦੀਆਂ ਹਨ। ਜੇ ਕੁਰਸੀ ਬਣਾਉਣੀ ਹੈ ਤਾਂ ਪਲਾਸਟਿਕ ਚਾਹੀਦਾ ਹੈ। ਲੇਕਿਨ ਪਰਮੇਸ਼ਵਰ ਨੇ ਕੁਝ ਵੀ ਚੀਜ਼ ਨੂੰ ਨਹੀਂ ਲਿਆ, ਕੋਈ ਵੀ ਚੀਜ਼ ਨਹੀਂ ਲਈ, ਕਿਸੇ ਵੀ ਚੀਜ਼ ਨੂੰ ਲੈ ਕੇ ਮਿਕਸ ਨਹੀਂ ਕੀਤਾ, ਕਿਸੇ ਵੀ ਚੀਜ਼ ਨੂੰ ਲੈ ਕੇ ਬਣਾਇਆ ਨਹੀਂ, ਕਿਸੇ ਵੀ ਚੀਜ਼ ਨੂੰ ਲੈ ਕੇ ਉਹਨੂੰ ਮੈਲਟ ਨਹੀਂ ਕੀਤਾ, ਉਹਨੂੰ ਬਣਾਇਆ ਨਹੀਂ। ਪਰਮੇਸ਼ਵਰ ਨੇ ਬੋਲਿਆ ਧਰਤੀ ਬਣ ਜਾਏ, ਉਹ ਬਣ ਗਈ। ਆਕਾਸ਼ ਬਣ ਜਾਏ, ਉਹ ਬਣ ਗਿਆ। ਸੂਰਜ ਬਣ ਜਾਏ, ਉਹ ਬਣ ਗਿਆ। ਤਾਰੇ ਬਣ ਜਾਣ, ਉਹ ਬਣ ਗਏ। ਸੁਪਰਨੈਚੁਰਲ। ਤੁਸੀਂ ਨਹੀਂ ਹੋਏਗਾ ਇਸ ਵਿਸ਼ੇ ਦੇ ਉੱਤੇ। ਸਾਨੂੰ ਹਰ ਇੱਕ ਚੀਜ਼ ਬਣਾਉਣ ਦੇ ਲਈ ਸਾਨੂੰ ਚੀਜ਼ਾਂ ਚਾਹੀਦੀਆਂ ਹਨ। ਤੁਸੀਂ ਦੱਸੋ ਸੂਰਜ ਨੂੰ ਬਣਾਉਣ ਲਈ ਪਰਮੇਸ਼ਵਰ ਨੇ ਕੀ ਲਿਆ? ਕਿਹੜੀ ਚੀਜ਼ ਲਈ ਜਿਹਦੇ ਨਾਲ ਸੂਰਜ ਬਣਾਇਆ? ਕਿਹੜੀ ਚੀਜ਼ ਲਈ ਜਿਹਦੇ ਨਾਲ ਚੰਦਰਮਾ ਬਣਾਇਆ? ਕਿਹੜੀ ਚੀਜ਼ ਲਈ ਜਿਹਦੇ ਨਾਲ ਤਾਰੇ ਬਣਾਏ? ਕਿਹੜੀ ਚੀਜ਼ ਲਈ ਜਿਹਦੇ ਨਾਲ ਪਾਣੀ ਬਣਾਇਆ? ਕਿਹੜੀ ਚੀਜ਼ ਲਈ ਜਿਹਦੇ ਨਾਲ ਹਵਾ ਬਣਾਈ? ਹਾਲੇਲੂਇਆ। ਕਿੰਨੇ ਲੋਕਾਂ ਨੂੰ ਸਮਝ ਆ ਹੈ? ਉਹ ਸੁਪਰਨੈਚੁਰਲ ਅਲੌਕਿਕ ਦਾ ਪਰਮੇਸ਼ਵਰ ਹੈ, ਚਮਤਕਾਰ ਕਰਨ ਵਾਲਾ। ਉਹਦੇ ਸ਼ਬਦ ਦੇ ਅੰਦਰ ਚਮਤਕਾਰ ਹੈ, ਉਹਦੀਆਂ ਗੱਲਾਂ ਦੇ ਅੰਦਰ ਚਮਤਕਾਰ ਹੈ, ਉਹਦੇ ਇੱਕ ਇੱਕ ਕੰਮ ਦੇ ਅੰਦਰ ਚਮਤਕਾਰ ਹੈ। ਉਹ ਚਮਤਕਾਰ ਕਰਨ ਵਾਲਾ ਪਰਮੇਸ਼ਵਰ ਹੈ। ਜਦੋਂ ਉਹਨੇ ਸ੍ਰਿਸ਼ਟੀ ਬਣਾਈ ਉਹਨੇ ਉਸੇ ਵੇਲੇ ਚਮਤਕਾਰ ਕਰਨੇ ਸ਼ੁਰੂ ਕਰ ਦਿੱਤੇ। ਉਹ ਅੱਜ ਵੀ ਚਮਤਕਾਰ ਕਰਦਾ ਹੈ, ਲੇਕਿਨ ਤੁਹਾਡੇ ਮੂੰਹ ਬੰਦ ਹਨ। ਅਗਰ ਤੁਹਾਡੇ ਮੂੰਹ ਖੁੱਲ ਜਾਣ ਤਾਂ ਤੁਸੀਂ ਚਮਤਕਾਰ ਨੂੰ ਦੇਖੋਗੇ ਯਿਸੂ ਮਸੀਹ ਦੇ ਨਾਮ ਵਿੱਚ। ਤੁਸੀਂ ਚਮਤਕਾਰ ਨੂੰ ਦੇਖੋਗੇ ਯਿਸੂ ਮਸੀਹ ਦੇ ਨਾਮ ਵਿੱਚ। ਆਮੇਨ। ਬੋਲੋ ਆਮੇਨ। ਪਰਮੇਸ਼ਵਰ ਚਾਹੁੰਦਾ ਹੈ ਉਹ ਆਪਣੇ ਲੋਕਾਂ ਦੇ ਜੀਵਨ 'ਚ ਚਮਤਕਾਰ ਕਰੇ। ਉਹ ਕਿਸੇ ਨੂੰ ਛੱਡਣਾ ਨਹੀਂ ਚਾਹੁੰਦਾ, ਉਹ ਕਿਸੇ ਨੂੰ ਅਲੱਗ ਕਰਨਾ ਨਹੀਂ ਚਾਹੁੰਦਾ। ਪਰਮੇਸ਼ਵਰ ਚਾਹੁੰਦਾ ਹੈ ਉਹ ਆਪਣੇ ਲੋਕਾਂ ਦੇ ਜੀਵਨ ਵਿੱਚ ਵੀ ਸੁਪਰਨੈਚੁਰਲ ਕੰਮ ਕਰੇ ਜਿਹੜੇ ਉਹਨੇ ਸ੍ਰਿਸ਼ਟੀ ਦੇ ਸਮੇਂ ਕੀਤੇ ਸਨ। ਬੋਲੋ ਆਮੇਨ। ਬੋਲੋ ਆਮੇਨ। ਪਰਮੇਸ਼ਵਰ ਨੇ ਇੱਕ ਮਿੱਟੀ ਤੋਂ ਬੁੱਤ ਤਿਆਰ ਕੀਤਾ। ਪਰਮੇਸ਼ਵਰ ਨੇ ਮਿੱਟੀ ਤੋਂ ਬੁੱਤ ਤਿਆਰ ਕੀਤਾ। ਬਾਈਬਲ 'ਚ ਲਿਖਿਆ उत्पत्ति की पुस्तक 2 अध्याय 7 आयत, यहोवा परमेश्वर ने आदम को भूमि की मिट्टी से रचा और उसके नथनों में जीवन का सांस फूंक दिया और आदम जीवित प्राणी बन गया। परमेश्वर ने उन्हें मिट्टी तो बनाया और जस्ट ਉਹਦੇ ਉੱਤੇ ਬੋਲਿਆ ਨਹੀਂ। ਆਦਮ ਤੇ ਬੋਲਿਆ ਨਹੀਂ ਪਰਮੇਸ਼ਵਰ। ਆਦਮ ਦੇ ਅੰਦਰ ਆਪਣਾ ਸਾਹ ਫੂਕ ਦਿੱਤਾ। आदम जिंदा हो गया। सुपरनैचुरल थिंग्स। कितना अद्भुत परमेश्वर है साडा, कितना अद्भुत परमेश्वर है साडा। उन्हें हर एक चीज बोल के की थी, लेकिन जब उन्हें आदम नू बनाया उन्हें अपना ही साह फूक दिता। अपना ही साह फूक दिता। साडे मेरे अंदर और तुहाडे अंदर परमेश्वर दे साह हन। मेरे अंदर और तुहाडे अंदर परमेश्वर दा आत्मा है। लेकिन तुसी उस आत्मा नू जगाया नहीं है, वो सुता पिया है। जिस तरह बोट के अंदर यीशु मसीह सुते पे सन और चेले समझ सन। लहरां उठियां, तूफान उठिया, लहरां उठियां, चेले डर गए। अज भी लोग डरते हैं जो जीवन समस्या आती है। अज भी लोग डरते हैं जो घरां च प्रॉब्लम आती है। अज भी लोग डरते हैं जो कर्जे की समस्या आती है। अज भी लोग डरते हैं जो लड़ाइयां होंदियां हैं। अज भी लोग डरते हैं जो परिवार के अंदर समस्या है। लेकिन तुसी उस सुपरनैचुरल परमेश्वर ते फोकस नहीं कर रहे।
ਚੇਲਿਆਂ ਨੇ ਵੀ ਇਹੀ ਕੀਤਾ, ਚੇਲਿਆਂ ਨੇ ਵੀ ਇਹੀ ਕੀਤਾ। ਨੈਚੁਰਲ ਪਰਮੇਸ਼ਵਰ ਤੇ ਫੋਕਸ ਨਹੀਂ ਸੀ ਕਰਦੇ, ਉਹ ਰੋਜ਼ ਪਰਮੇਸ਼ਵਰ ਨੂੰ ਨਹੀਂ ਸੀ ਤੱਕਦੇ, ਉਹ ਯੀਸ਼ੂ ਮਸੀਹ ਦੇ ਉੱਤੇ ਫੋਕਸ ਨਹੀਂ ਸੀ ਕਰਦੇ। ਜਦੋਂ ਉਹਨਾਂ ਦਾ ਫੋਕਸ ਵਿਗੜਿਆ, ਜਦੋਂ ਉਹਨਾਂ ਨੇ ਤੂਫਾਨ ਤੇ ਹਨੇਰੇ ਨੂੰ ਦੇਖਿਆ, ਹਨੇਰੀ ਨੂੰ, ਤੂਫਾਨ ਨੂੰ ਦੇਖਿਆ, ਉੱਠੀਆਂ ਲਹਿਰਾਂ ਨੂੰ ਦੇਖਿਆ, ਉਹ ਡਰ ਗਏ। ਅੱਜ ਵੀ ਸੰਸਾਰ ਵਿੱਚ ਲੋਕ ਡਰੇ ਹੋਏ ਹਨ, ਅੱਜ ਵੀ ਸੰਸਾਰ ਦੇ ਲੋਕ ਵਿੱਚ ਸਮੱਸਿਆਵਾਂ ਵਿੱਚ ਹਨ। ਉਹ ਕਿਉਂ ਹਨ? ਕਿਉਂਕਿ ਉਹਨਾਂ ਦਾ ਫੋਕਸ, ਪੂਰਾ ਫੋਕਸ ਯੀਸ਼ੂ ਮਸੀਹ ਤੇ ਨਹੀਂ ਹੈ। ਕੰਪਲੀਟ ਫੋਕਸ ਯੀਸ਼ੂ ਮਸੀਹ। ਅਗਰ ਤੁਹਾਡਾ ਕੰਪਲੀਟ ਫੋਕਸ ਯੀਸ਼ੂ ਮਸੀਹ ਤੇ ਹੈ, you will see the supernatural things in your life। ਬੋਲੋ ਆਮੇਨ, ਬੋਲੋ ਆਮੇਨ। ਤੁਸੀਂ ਆਪਣੇ ਜੀਵਨ ਦੇ ਅੰਦਰ ਵੱਡੇ ਤੋਂ ਵੱਡੇ ਕੰਮਾਂ ਨੂੰ ਦੇਖੋਗੇ ਯੀਸ਼ੂ ਮਸੀਹ ਦੇ ਨਾਮ 'ਚ। ਤੁਹਾਡਾ ਪੂਰਾ ਫੋਕਸ ਯੀਸ਼ੂ ਮਸੀਹ ਦੇ ਉੱਤੇ ਹੋਣਾ ਚਾਹੀਦਾ ਹੈ, ਪੂਰਾ ਫੋਕਸ। ਜੇ ਤੁਸੀਂ ਸਾਰੇ ਉਸ ਸਿਚੁਏਸ਼ਨ ਨੂੰ ਦੇਖੋ, ਜਦੋਂ ਚੇਲੇ ਕਿਸ਼ਤੀ ਵਿੱਚ ਜਾ ਰਹੇ ਸਨ, ਲਹਿਰਾਂ ਉੱਠਣ ਲੱਗੀਆਂ, ਤੂਫਾਨ ਉੱਠਣ ਲੱਗਿਆ, ਔਰ ਯੀਸ਼ੂ ਮਸੀਹ ਪਾਣੀ ਤੇ ਚੱਲ ਕੇ, ਯੀਸ਼ੂ ਮਸੀਹ ਪਾਣੀ ਤੇ ਚੱਲ ਕੇ ਆ ਰਹੇ ਸਨ, ਔਰ ਚੇਲਿਆਂ ਨੇ ਕਿਹਾ ਉਹ ਭੂਤ ਹੈ। ਚੇਲੇ ਡਰ ਗਏ। ਜਦੋਂ ਚੇਲੇ ਡਰ ਗਏ, ਉਸ ਪਤਰਸ ਨੇ ਕਿਹਾ ਪ੍ਰਭੂ, ਪ੍ਰਭੂ ਸਾਨੂੰ ਵੀ ਪਾਣੀ ਤੇ ਚੱਲਣ ਦੀ ਆਗਿਆ ਦੇ। ਉਹ ਯੀਸ਼ੂ ਮਸੀਹ ਨੇ ਆ, प्रभु यीशु मसीह ने क्या आ। प्रभु यीशु मसीह ने कला पतरस नूं नहीं क्या आ, उन्हें 12 चेलियां नूं कहा आ, पर चलिया केवल पतरस। प्रभु यीशु मसीह ने 12 चेलियां नूं कहा आ, चलिया केवल पतरस। जेड़ा व्यक्ति फोकस करता है वो यीशु मसीह वाल चलता है। पतरस चलिया, और पतरस ये एक ही इंसान धरती उत्ते पानी ते चलिया, यीशु मसीह दूसरा पतरस। इजराइलियां लिए परमेश्वर ने पानी चीर के स्थान बनाया सी, उस स्थान ते चले, लेकिन पतरस पानी ते चलिया। जेडे चेले हन, जे तुसी यीशु मसीह दे चेले हो, तुसी भी पानियां ते चलोगे यीशु मसीह दे नाम विच, तुसी अलौकिक काम करोगे यीशु मसीह दे नाम विच, सुपरनैचुरल काम करोगे यीशु मसीह दे नाम विच। बोलो आमीन, बोलो आमीन। जो परमेश्वर ने, यीशु मसीह ने, पिता परमेश्वर ने, पवित्र आत्मा ने आदम नूं बनाया, बाइबल च लिखिया, उत्पत्ति दी 1 अध्याय दी 26 आयत च लिखिया, आओ हम मनुष्य को अपने स्वरूप और अपनी समानता में बनाएं। बोलो आमीन। आओ हम मनुष्य को अपने स्वरूप और अपनी समानता में बनाएं। परमेश्वर ने मैनू और तुहानू अपने स्वरूप ते अपनी समानता ते बनाया है। बोलो आमीन, हालेलुया। हुण तुसीं किसी नूं गोरा जां किसी नूं काला नहीं कह सकदे, किसी नूं लंबा जां किसी नूं ठिगणा नहीं कह सकदे। सारे परमेश्वर दे स्वरूप ते बनाए गए हन। हर एक व्यक्ति परमेश्वर दे स्वरूप ते बनाया गया है। हर एक व्यक्ति परमेश्वर दी रचना है। हर एक व्यक्ति नूं परमेश्वर ने सिरजिया है। हर एक व्यक्ति नूं परमेश्वर ने बनाया है, और तुसी परमेश्वर दे स्वरूप ते सिरजे गए हो। जे तुसी किसी दे विरोध विच मजाक उड़ाउंदे हो तां तुसी ओहदे बनाउण वाले दा मजाक उड़ाउंदे हो। अगर मैं इस टेबल दा मजाक उड़ावां तां इह टेबल किसदा टेबल है? हुण इह परमेश्वर दा टेबल है। ते किहदा मजाक उड़ाया जाएगा? परमेश्वर दा। ਜਿਹੜੇ ਕੱਪੜੇ ਤੁਸੀਂ ਪਾਏ ਹਨ, ਕਈ ਲੋਕ ਤੁਹਾਡੇ ਕੱਪੜਿਆਂ ਦਾ ਮਜ਼ਾਕ ਉਡਾਉਂਦੇ ਹਨ, ਕਈ ਲੋਕ ਤੁਹਾਡਾ ਮਜ਼ਾਕ ਉਡਾਉਂਦੇ ਹਨ। ਜਿਹੜੇ ਕੱਪੜੇ ਪਾਏ ਹਨ ਉਸ ਵਿਅਕਤੀ ਦਾ ਮਜ਼ਾਕ ਉਡਾਉਂਦੇ ਹਨ। ਜਿਸ ਵਿਅਕਤੀ ਨੂੰ ਪਰਮੇਸ਼ਵਰ ਨੇ ਬਣਾਇਆ ਉਹ ਉਹਦਾ ਮਜ਼ਾਕ ਉਡਾਉਂਦੇ ਹਨ, ਔਰ ਉਹਦਾ ਬਣਾਉਣ ਵਾਲਾ ਸਿਰਜਣਹਾਰ ਖੁਦਾ ਹੈ। ਇਸ ਲਈ ਤੁਸੀਂ ਨਹੀਂ ਜਾਣਦੇ, ਤੁਸੀਂ ਬਹੁਤ ਵਾਰ ਪਰਮੇਸ਼ਵਰ ਦੇ ਅੱਗੇ ਵਿਅਰਥ ਬੋਲਦੇ ਹੋ। ਇਸ ਲਈ उन्हां चीज़ों तो वापस आओ, क्योंकि परमेश्वर जो कुछ भी करता है वो सुपरनैचुरल करता है। परमेश्वर उन्हां लोकां नूं चाहुंदा है जिहड़े परमेश्वर दे कोल आउण, और परमेश्वर उन्हां नूं बदल देवे पूर्ण रीति दे नाल। बोलो आमीन, बोलो आमीन, बोलो आमीन, हालेलुया, हालेलुया। जदों प्रभु यीशु मसीह धरती दे उत्ते सन, प्रभु यीशु मसीह अलौकिक काम करदे सन। कोई इदां दा समा नहीं सी
ਜਦੋਂ ਪ੍ਰਭੂ ਯੀਸ਼ੂ ਮਸੀਹ ਨੇ ਚਮਤਕਾਰ ਨਹੀਂ ਕੀਤਾ। ਕੋਈ ਦਿਨ ਸਥਾਨ ਨਹੀਂ ਸੀ ਜਿੱਥੇ ਯੀਸ਼ੂ ਮਸੀਹ ਹੋਣ ਤੇ ਚਮਤਕਾਰ ਨਾ ਹੋਵੇ। ਕਿੰਨੇ ਲੋਕਾਂ ਨੂੰ ਸਮਝ ਆ ਰਹੀ? ਜੇਕਰ ਤੁਸੀਂ ਇਸ ਸੰਸਾਰ ਵਿੱਚ ਰਹਿੰਦੇ ਹੋ, ਸੰਸਾਰ ਦੇ ਲੋਕਾਂ ਨੂੰ ਯੀਸ਼ੂ ਮਸੀਹ ਦੀ ਲੋੜ ਹੈ। ਸੰਸਾਰ ਦੇ ਲੋਕਾਂ ਨੂੰ ਕਿਹਦੀ ਲੋੜ ਹੈ? ਸੰਸਾਰ ਦੇ ਲੋਕਾਂ ਨੂੰ ਕਿਸ ਦੀ ਜ਼ਰੂਰਤ ਹੈ? ਯੀਸ਼ੂ ਮਸੀਹ ਤੁਹਾਡੇ ਔਰ ਮੇਰੇ ਵਿੱਚੋਂ ਨਜ਼ਰ ਆਉਣਾ ਚਾਹੀਦਾ ਹੈ। ਯੀਸ਼ੂ ਮਸੀਹ ਤੁਹਾਡੇ ਵਿੱਚੋਂ ਔਰ ਮੇਰੇ ਵਿੱਚੋਂ ਨਜ਼ਰ ਆਉਣਾ ਚਾਹੀਦਾ ਹੈ। ਲੋਕ ਯੀਸ਼ੂ ਮਸੀਹ ਨੂੰ ਨਹੀਂ ਜਾਣਦੇ, ਲੋਕ ਤੁਹਾਨੂੰ ਜਾਣਦੇ ਹਨ, ਮੈਨੂੰ ਜਾਣਦੇ ਹਨ। ਜੇ ਸਾਡੇ ਵਿੱਚੋਂ ਯੀਸ਼ੂ ਮਸੀਹ ਨਜ਼ਰ ਆਏਗਾ ਤਦ ਉਹ ਲੋਕ ਮੰਨਣਗੇ ਤੁਹਾਡਾ ਯੀਸ਼ੂ ਜ਼ਿੰਦਾ ਹੈ। ਜੇ ਕੋਈ ਵਿਅਕਤੀ ਨੇ ਯੀਸ਼ੂ ਮਸੀਹ ਨੂੰ ਗ੍ਰਹਿਣ ਕਰ ਲਿਆ ਪਰ ਉਹ ਸ਼ਰਾਬ ਪੀਂਦਾ ਹੈ ਔਰ ਉਹ ਲੋਕਾਂ ਨੂੰ ਦੱਸੇ ਕਿ ਯੀਸ਼ੂ ਮਸੀਹ ਜ਼ਿੰਦਾ ਹੈ, ਉਹ ਕਹੇਗਾ ਤੇਰੇ ਲਈ ਤਾਂ ਜ਼ਿੰਦਾ ਨਹੀਂ। ਜੇ ਕੋਈ ਵਿਅਕਤੀ ਯੀਸ਼ੂ ਮਸੀਹ ਨੂੰ ਜਾਣਦਾ ਹੈ ਤੇ ਉਹ ਸਿਗਰਟ ਪੀਂਦਾ ਹੈ ਔਰ ਲੋਕਾਂ ਨੂੰ ਯੀਸ਼ੂ ਮਸੀਹ ਬਾਰੇ ਦੱਸਦਾ ਹੈ, ਔਰ ਲੋਕ ਕਹਿੰਦੇ ਤੇਰੇ ਲਈ ਤਾਂ ਜ਼ਿੰਦਾ ਨਹੀਂ, क्योंकि तू आप सिगरेट पीना है, तू आप तमाकू खाना है, तू आप जर्दा खाना है, तू यीशु मसीह दा किद्दां हो सकदा है। कई लोग यीशु मसीह दे हन और झूठ बोलते हन और लोग कहंदे, लोग ये गल कहंदे कि मसीही लोग सच नहीं बोलते, ये गलत है, ये गलत है, ये गलत है। कुछ लोगों के कारण अगर तुहाडे कारण तुहाडे परमेश्वर दा नाम नीवा हुंदा है तां तुसी जिम्मेवार हो। अगर तुहाडे कारण तुहाडे परमेश्वर दा नाम उच्चा हुंदा है तां परमेश्वर तुहाडे नाल है। उहदी सामर्थ तुहाडे नाल काम करेगी, उहदी किरपा तुहाडे द्वारा काम करेगी, उहदा अनुग्रह तुहाडे उत्ते आएगा, उहदा फेवर तुहाडे उत्ते आएगा जे तुहाडे द्वारा तुहाडे परमेश्वर दा नाम उच्चा हुंदा है। ये तुसी देखो कि तुहाडे द्वारा तुहाडे परमेश्वर दा नाम नीवा हो रहा है, जब तुहाडे द्वारा तुहाडे परमेश्वर दा नाम उच्चा हो रहा है, जब तुहानू परमेश्वर उठा रहा है। आमीन, आमीन, हालेलुया, हालेलुया। इधर मेरे वाल ध्यान करो, सुनो मेरी गल ध्यान नाल। जेड़े लोकां ने यीशु मसीह नू जानिया, जिस दिन तुसी जानिया, सुनो, जिस दिन तुसी जानिया तुसी इस स्थान ते सी, जिस दिन तुसी जानिया, जे तुसी यीशु मसीह नू सही रूप नाल जान लिया, तुहाडे जीवन दा ग्राफ वादा ही वादा चला जाएगा, वादा ही वादा चला जाएगा। 5 साल बाद तुसी इत्थे होवोगे, 5 साल बाद इत्थे नहीं होवोगे, इस स्थान ते नहीं होवोगे, क्योंकि इस स्थान तो परमेश्वर ने तुहानू चक लिया, वो तुहानू नेक्स्ट लेवल ते ले गया, वो तुहानू इस लेवल ते ले गया। लेकिन जिन्हां ने यीशु मसीह दे नाम दा अपमान कीता, वो इस स्थान तो भी थल्ले डिगे, वो इत्थे हन। जिहड़ा स्थान परमेश्वर ने दिता सी तुहानू, जिहड़ा स्थान परमेश्वर ने दिता सी, उस स्थान तो भी थल्ले चले गए। उस स्थान भी उन्हां कोल नहीं है, क्योंकि उन्होंने उस परमेश्वर दी नाम नू उच्चा नहीं कीता। उस स्थान भी खुदा ने उन्हां तो खो लिया। शैतान जदों परमेश्वर दे नाल रहिंदा सी, वो परमेश्वर दे बारे सोचदा, वो कहंदा परमेश्वर मैं तेरे सिंहासन ते बैठ जावां, मैं परमेश्वर दे बराबर हो जावां। बाइबल च लिखा परमेश्वर ने कट के, स्वर्ग चो कट के उन्हें धरती ते सुट दिता। उहदा स्थान परमेश्वर ने कोल ले लिया, उहदा स्थान ले लिया। हालेलुया, हालेलुया। जदों व्यक्ति दा स्थान खोया जांदा है, वो व्यक्ति वध नहीं सकदा। जिहड़ा परमेश्वर दे नाल नहीं चल सकदा, वो मनुखां दे नाल कदी भी नहीं चल सकदा। जिहड़ा परमेश्वर दे नाल वफादार नहीं, वो मनुखां नाल वफादार हो ही नहीं सकदा। जिहड़ा परमेश्वर दा सका नहीं, वो तुहाडा ते मेरा कदी सका नहीं हो सकदा। जिहड़ा परमेश्वर दा सका नहीं, इसलिए बाइबल च लिखिया परमेश्वर अद्भुत काम करता है, और यीशु मसीह ने धरती दे उत्ते जो कुछ भी कीता वो अलौकिक कीता, जो कुछ भी कीता वो सुपरनैचुरल कीता। जितने भी यीशु मसीह गए उस जगह ते चमत्कार हुए, क्योंकि यीशु मसीह चमत्कार करने वाला परमेश्वर है। बोलो आमीन, बोलो आमीन, हालेलुया, हालेलुया। आज तुसी देखना है
ਤੁਸੀਂ ਦੇਖਣਾ ਹੈ ਤੁਸੀਂ ਨੈਚੁਰਲ ਹੋ ਤੇ ਤੁਸੀਂ ਸੁਪਰਨੈਚੁਰਲ ਹੋ। ਹੁੰਦਾ ਕੀ ਹੈ, ਕੁਝ ਸਮੇਂ ਤੁਸੀਂ ਆਮ ਲੋਕ ਹੁੰਦੇ ਹੋ, ਕੁਝ ਸਮੇਂ ਤੁਸੀਂ ਸੁਪਰਨੈਚੁਰਲ ਬਣ ਜਾਂਦੇ ਹੋ, ਪਰ ਕੁਝ ਸਮੇਂ ਤੁਸੀਂ ਆਮ ਹੋ ਜਾਂਦੇ ਹੋ। ਔਰ ਜ਼ਿਆਦਾਤਰ ਲੋਕ ਆਮ ਰਹਿੰਦੇ ਹਨ। ਬਹੁਤ ਘੱਟ ਸਮਾਂ ਆਉਂਦਾ ਜਦੋਂ ਸੁਪਰਨੈਚੁਰਲ ਚ ਪ੍ਰਵੇਸ਼ ਕਰਦੇ। ਲੇਕਿਨ ਜੇ ਤੁਸੀਂ ਹਮੇਸ਼ਾ ਸੁਪਰਨੈਚੁਰਲ ਵਿੱਚ ਪ੍ਰਵੇਸ਼ ਕਰੋ, ਹਮੇਸ਼ਾ ਅਲੌਕਿਕਤਾ ਦੇ ਅੰਦਰ ਰਹੋ, ਅਲੌਕਿਕਤਾ ਤੁਹਾਡੇ ਜੀਵਨ 'ਚ ਪ੍ਰਗਟ ਹੋਏਗੀ, ਅਲੌਕਿਕਤਾ ਤੁਹਾਡੇ ਜੀਵਨ 'ਚ ਨਦੀ ਦੀ ਤਰ੍ਹਾਂ ਬਹੇਗੀ। ਬੋਲੋ ਆਮੇਨ। ਤੁਸੀਂ ਜੀਵਨ ਦਾ ਸੋਤਾ ਬਣ ਜਾਓਗੇ। You will be a channel of blessing in Jesus name। ਤੁਸੀਂ ਆਸ਼ੀਸ਼ਾਂ ਦਾ ਚੈਨਲ ਬਣ ਜਾਓਗੇ ਯਿਸੂ ਮਸੀਹ ਦੇ ਨਾਮ ਵਿੱਚ। ਜੇ ਤੁਸੀਂ ਅਲੌਕਿਕਤਾ ਦੇ ਅੰਦਰ ਰਹੋਗੇ, ਜੇ ਤੁਸੀਂ ਸੁਪਰਨੈਚੁਰਲ ਲੈਵਲ ਦੇ ਅੰਦਰ ਰਹੋਗੇ, ਤਾਂ ਤੁਸੀਂ ਬਲੇਸਿੰਗ ਦਾ ਸੋਰਸ ਬਣ ਜਾਓਗੇ। ਬੋਲੋ ਆਮੇਨ, ਆਮੇਨ। ਇਸ ਲਈ ਪਰਮੇਸ਼ਵਰ ਚਾਹੁੰਦਾ ਹੈ ਕਿ ਉਹ ਆਪਣੇ ਲੋਕਾਂ ਨਾਲ ਗੱਲਬਾਤ ਕਰੇ। ਆਦਮ ਤੇ ਹਵਾ ਨੂੰ ਪਰਮੇਸ਼ਵਰ ਸਵੇਰੇ ਤੇ ਸ਼ਾਮ ਰੋਜ਼ ਮਿਲਣੇ ਆਉਂਦੇ ਸਨ। ਪਰਮੇਸ਼ਵਰ ਨੇ ਜਿਹੜਾ ਬਗੀਚਾ ਉਹਨਾਂ ਲਈ ਤਿਆਰ ਕੀਤਾ ਸੀ ਉਹ ਸੁਪਰਨੈਚੁਰਲ ਸੀ। ਪਰਮੇਸ਼ਵਰ ਨੇ ਆਦਮ ਤੇ ਹਵਾ ਨੂੰ ਤਿਆਰ ਕੀਤਾ ਸੀ, ਉਹ ਸੁਪਰਨੈਚੁਰਲ ਸੀ। ਪਰਮੇਸ਼ਵਰ ਨੇ ਪਾਣੀ ਜਿਹੜਾ ਉਹਨਾਂ ਨੂੰ ਦਿੱਤਾ ਸੀ ਉਹ ਅਲੌਕਿਕ ਸੀ। ਪਾਣੀ ਵੀ ਅਲੌਕਿਕ ਸੀ, ਬਿਲਕੁਲ ਸਵੱਛ ਪਾਣੀ ਉਹ ਪੀਂਦੇ ਸਨ। ਅੱਜ ਲੋਕ ਪਾਣੀ ਪੀ ਕੇ ਬਿਮਾਰ ਹੋ ਜਾਂਦੇ ਹਨ। ਅੱਜ ਪਾਣੀ ਨਾਲ 85% ਬਿਮਾਰੀਆਂ ਲੱਗਦੀਆਂ ਹਨ। ਲੇਕਿਨ ਆਦਮ ਤੇ ਹਵਾ ਅਦਨ ਵਾਟਕਾ ਦੇ ਅੰਦਰ ਜਿਹੜਾ ਪਾਣੀ ਪੀਂਦੇ ਸਨ ਉਹ ਬਿਲਕੁਲ ਸਵੱਛ ਸੀ, ਬਿਲਕੁਲ ਸਾਫ਼ ਪਾਣੀ ਸੀ। ਜਿਹੜੀ ਹਵਾ ਚੱਲਦੀ ਸੀ ਉਹ ਹਵਾ ਏਸੀ ਨਾਲੋਂ ਵੀ ਜ਼ਿਆਦਾ ਬੈਟਰ ਸੀ। ਲੇਕਿਨ ਅੱਜ ਦੀ ਹਵਾ ਦੂਸ਼ਿਤ ਹੈ। ਅੱਜ ਹਵਾ ਦੇ ਅੰਦਰ ਪ੍ਰਦੂਸ਼ਣ ਹੈ, ਪੋਲੂਸ਼ਨ ਪੂਰੀ ਤਰ੍ਹਾਂ ਫੈਲ ਚੁੱਕਾ ਹੈ। ਇਸ ਲਈ ਜਿੱਥੇ ਆਦਮ ਤੇ ਹਵਾ ਰਹਿੰਦੇ ਸਨ ਉਹ ਵਾਤਾਵਰਣ ਵੀ ਸੁਪਰਨੈਚੁਰਲ ਸੀ, ਉਹ ਪਾਣੀ ਵੀ ਸੁਪਰਨੈਚੁਰਲ ਸੀ, ਉਹ ਸਥਾਨ ਵੀ ਸੁਪਰਨੈਚੁਰਲ ਸੀ, ਔਰ ਆਦਮ ਤੇ ਹਵਾ ਵੀ ਸੁਪਰਨੈਚੁਰਲ ਸਨ, ਕਿਉਂਕਿ ਪਰਮੇਸ਼ਵਰ ਨੇ ਉਹਨਾਂ ਨੂੰ ਅਲੌਕਿਕ ਰੀਤੀ ਦੇ ਨਾਲ ਬਣਾਇਆ ਸੀ। ਬੋਲੋ ਆਮੇਨ, ਬੋਲੋ ਆਮੇਨ। ਇਸ ਲਈ ਬਾਈਬਲ ਦੇ ਅੰਦਰ ਲਿਖਿਆ, ਰੋਮੀਓ ਦੀ ਪੁਸਤਕ 8 ਅਧਿਆਏ ਉਹਦੀ 14 ਆਇਤ, ਜੇ ਅਸੀਂ वचन ਨੂੰ पढ़िए, इसीलिए कि जितने लोग परमेश्वर की आत्मा के द्वारा चलाए चलते हैं वह ही परमेश्वर के पुत्र हैं। सारे ने पढ़ो इस आयत नूं, सारे ने पढ़ो। इसीलिए जितने लोग परमेश्वर की आत्मा के चलाए चलते हैं वह ही परमेश्वर के पुत्र हैं। आमेन। ਜਿਹੜੇ ਲੋਕ ਪਰਮੇਸ਼ਵਰ ਦੀ ਆਤਮਾ ਦੇ ਦੁਆਰਾ ਚਲਾਏ ਚੱਲਦੇ ਉਹ ਪਰਮੇਸ਼ਵਰ ਦੇ ਧੀਆਂ ਤੇ ਪੁੱਤਰ ਹਨ। ਲੇਕਿਨ ਜਿਹੜੇ ਪਰਮੇਸ਼ਵਰ ਦੀ ਆਤਮਾ ਦੇ ਦੁਆਰਾ ਨਹੀਂ ਚਲਾਏ ਚੱਲਦੇ ਉਹ ਕਿਹਦੇ ਪੁੱਤਰ ਹਨ? ਜਿਹੜੇ ਪਰਮੇਸ਼ਵਰ ਦੀ ਆਤਮਾ ਦੇ ਦੁਆਰਾ ਚਲਾਏ ਨਹੀਂ ਚੱਲਦੇ ਉਹ ਕਿਹਦੇ ਪੁੱਤਰ ਹਨ? ਉਹ ਸ਼ੈਤਾਨ ਦੇ ਵਸ਼ ਵਿੱਚ ਹਨ। ਉਹ ਕਿਹਦੇ ਵਸ਼ ਵਿੱਚ ਹਨ? ਉਹ ਕਿਹਦੇ ਵਸ਼ ਵਿੱਚ ਹਨ? ਜਿਹੜੇ ਆਪਣੀਆਂ ਮਰਜ਼ੀਆਂ ਕਰਦੇ ਹਨ ਉਹ ਕਿਹਦੇ ਵਸ਼ ਵਿੱਚ ਹਨ? ਸ਼ੈਤਾਨ ਦੇ ਵਸ਼ ਵਿੱਚ ਹਨ। ਜਿਹੜਾ ਪਰਮੇਸ਼ਵਰ ਦੀ ਇੱਛਾ ਨੂੰ ਪੂਰੀ ਕਰਦਾ ਹੈ, ਜਿਹੜਾ ਪਰਮੇਸ਼ਵਰ ਦੀ ਇੱਛਾ ਨੂੰ ਮੰਨਦਾ ਹੈ, ਉਹ ਪਰਮੇਸ਼ਵਰ ਦੇ ਵਚਨਾਂ ਨੂੰ ਮੰਨੇਗਾ, ਉਹ ਪਰਮੇਸ਼ਵਰ ਦੀ ਆਗਿਆ ਤੇ ਚੱਲੇਗਾ, ਉਹ ਪਰਮੇਸ਼ਵਰ ਦੇ ਵਚਨਾਂ ਤੇ ਚੱਲੇਗਾ, ਉਹ ਪਰਮੇਸ਼ਵਰ ਦੇ ਦਾਸ ਦੀ ਆਗਿਆ 'ਚ ਰਹੇਗਾ। ਕਿਉਂਕਿ ਪਰਮੇਸ਼ਵਰ ਨੂੰ ਕਿਸੇ ਨੇ ਨਹੀਂ ਦੇਖਿਆ, ਪਰਮੇਸ਼ਵਰ ਦੇ ਦਾਸ ਨੂੰ ਦੇਖਿਆ ਹੈ। ਜਿਹੜਾ ਪਰਮੇਸ਼ਵਰ ਦੇ ਦਾਸ ਦੀ ਆਗਿਆ ਨਹੀਂ ਮੰਨਦਾ ਉਹ ਪਰਮੇਸ਼ਵਰ ਦੀ ਆਗਿਆ ਕਦੀ ਮੰਨ ਹੀ ਨਹੀਂ ਸਕਦਾ। ਜਿਹਨੂੰ ਤੁਸੀਂ ਦੇਖਿਆ ਨਹੀਂ ਤੁਸੀਂ ਉਹਦੀ ਆਗਿਆ ਨਹੀਂ ਮੰਨ ਸਕਦੇ। ਜਿਹਨੂੰ ਦੇਖਿਆ ਹੈ, ਜੇ ਤੁਸੀਂ ਉਹਦੀ ਆਗਿਆ ਮੰਨਦੇ ਹੋ ਤਾਂ ਤੁਸੀਂ ਜਿਹਨੂੰ ਨਹੀਂ ਦੇਖਿਆ ਉਹਦੀ ਆਗਿਆ ਮੰਨੋਗੇ। ਪਰਮੇਸ਼ਵਰ ਬਾਈਬਲ 'ਚ ਲਿਖਿਆ, ਜਿਹੜਾ ਮੇਰੇ ਦਾਸ ਦਾ ਆਦਰ ਕਰਦਾ ਉਹ ਮੇਰਾ ਆਦਰ ਕਰਦਾ ਹੈ, ਜਿਹੜਾ ਮੇਰੇ ਦਾਸ ਨੂੰ ਤੁੱਛ ਜਾਣਦਾ ਉਹ ਮੈਨੂੰ ਤੁੱਛ ਜਾਣਦਾ ਹੈ। ਬਾਈਬਲ ਬਿਆਨ ਕਰਦੀ ਹੈ। ਇਸ ਲਈ ਪਰਮੇਸ਼ਵਰ ਨੇ ਚਰਵਾਹਾਂ ਨੂੰ ਨਿਯੁਕਤ ਕੀਤਾ, ਕਿਉਂਕਿ ਪਰਮੇਸ਼ਵਰ ਜਾਣਦੇ ਸਨ ਕਿ ਭੇਡਾਂ ਤਿੱਤਰ ਬਿੱਤਰ ਹੋ ਜਾਣਗੀਆਂ, ਭੇਡਾਂ ਤਿੱਤਰ ਬਿੱਤਰ ਹੋ ਜਾਣਗੀਆਂ। ਅਗਰ ਚਰਵਾਹਾ ਨਾ ਹੋਵੇ ਤਾਂ ਭੇਡਾਂ ਟਿਕ ਨਹੀਂ ਸਕਦੀਆਂ। ਭੇਡਾਂ ਨੂੰ ਚਰਵਾਹਾ ਚਾਹੀਦਾ ਹੈ। ਇਸ ਲਈ ਜਦੋਂ ਚਰਵਾਹਾ ਭੇਡਾਂ ਨੂੰ ਲੈ ਕੇ ਜਾਂਦਾ, ਵਲੰਟੀਅਰ ਧਿਆਨ ਦਿਓ, ਜਦੋਂ ਚਰਵਾਹਾ ਭੇਡਾਂ ਨੂੰ ਲੈ ਕੇ ਜਾਂਦਾ ਉਹ ਕੀ ਕਰਦਾ? ਉਹ ਧਿਆਨ ਦੇ ਨਾਲ ਕੀ ਕਰਦਾ? ਇੱਕ ਸੋਟੀ ਰੱਖਦਾ ਆਪਣੇ ਹੱਥ ਵਿੱਚ। ਕੀ ਰੱਖਦਾ? ਭੇਡਾਂ ਲਈ ਕੀ ਰੱਖਦਾ? ਭੇਡਾਂ ਲਈ ਸੋਟੀ ਰੱਖਦਾ, ਔਰ ਉਹ ਸੋਟੀ ਚਲਾਉਂਦਾ। ਉਹ ਭੇਡ ਤੇ ਸੋਟੀ ਚਲਾਉਂਦਾ। ਉਹਦੇ ਨਾਲ ਭੇਡਾਂ ਮਰਦੀਆਂ ਨਹੀਂ, ਉਹਦੇ ਨਾਲ ਭੇਡਾਂ ਡਿਸਪਲਿਨ ਚ ਆਉਂਦੀਆਂ ਹਨ।
ਉਹਦੇ ਨਾਲ ਭੇਡਾਂ ਡਿਸਪਲਿਨ ਚ ਆਉਂਦੀਆਂ ਹਨ। ਜੇ ਭੇਡ ਪਹਾੜ ਤੋਂ ਥੱਲੇ ਡਿੱਗਣ ਲੱਗੇ, ਚਰਵਾਹਾ ਭੱਜ ਕੇ ਉਹਦੇ ਸਾਹਮਣੇ ਸੋਟੀ ਮਾਰੇਗਾ ਕਿ ਉਹ ਮੁੜ ਜਾਵੇ। ਤੇ ਜਿਹੜੀ ਭੇਡ ਕਹਿੰਦੀ ਮੈਂ ਨਹੀਂ ਮੁੜਨਾ, ਜਿਹੜੀ ਭੇਡ ਕਹਿੰਦੀ ਮੈਂ ਨਹੀਂ ਮੁੜਨਾ, ਮੈਂ ਮੰਨਣਾ ਹੀ ਨਹੀਂ ਮੇਰਾ ਚਰਵਾਹਾ ਆ, ਉਹ ਟੋਏ ਚ ਡਿੱਗ ਪੈਗੀ, ਉਹ ਫਸ ਜਾਏਗੀ, ਉਹ ਭੇਡ ਸ਼ੈਤਾਨ ਦੇ ਵਸ ਚ ਚਲੀ ਜਾਏਗੀ। ਇਸ ਲਈ ਬਾਈਬਲ ਚ ਲਿਖਿਆ, ਪਰਮੇਸ਼ਵਰ ਦਾ ਵਚਨ ਆਖਦਾ ਹੈ, ਜਿਹੜੇ ਪਰਮੇਸ਼ਵਰ ਦੀ ਆਤਮਾ ਦੇ ਦੁਆਰਾ ਚਲਾਏ ਚੱਲਦੇ ਹਨ ਉਹ ਪਰਮੇਸ਼ਵਰ ਦੇ ਪੁੱਤਰ ਹਨ। ਬੋਲੋ ਆਮੇਨ, ਬੋਲੋ ਆਮੇਨ, ਬੋਲੋ ਆਮੇਨ, ਹਾਲੇਲੂਇਆ। ਜੇ ਮੇਰੇ ਅੱਜ ਸਪਿਰਿਟ ਆਫ ਸਨਸ਼ਿਪ ਹੈ, ਪੁੱਤਰਤਵ ਦਾ ਆਤਮਾ, ਸਪਿਰਿਟ ਆਫ ਸਨਸ਼ਿਪ, ਜੇ ਮੇਰੇ ਅੰਦਰ ਸਪਿਰਿਟ ਆਫ ਸਨਸ਼ਿਪ ਹੈ, ਪੁੱਤਰਤਵ ਦਾ ਆਤਮਾ ਮੈਂ ਪਾ ਲਿਆ ਹੈ। ਕਿ ਮੈਂ ਘਰ ਸੋ ਕੇ ਪਾ ਲਿਆ, ਆਪਣੇ ਕਮਰੇ ਚ ਸੌ ਕੇ ਪਾ ਲਿਆ? ਕਿ 40 ਕਿ 50 ਰੋਟੀਆਂ ਖਾਧੀਆਂ ਤੇ ਸੌਂ ਗਏ ਰੋਜ਼? ਉਹਦੇ ਲਈ ਘੁਟਨੇ ਟੇਕ ਕੇ ਰਾਤ ਪਰਮੇਸ਼ਵਰ ਦੇ ਲਈ ਜਾਗਣਾ ਪੈਂਦਾ ਹੈ। ਜੇ ਤੁਸੀਂ ਆਪਣੀਆਂ ਰਾਤਾਂ ਪਰਮੇਸ਼ਵਰ ਨੂੰ ਦਵੋਗੇ, ਤੁਹਾਡੇ ਦਿਨ ਉਜਾਲੇ ਹੋਣਗੇ ਯਿਸੂ ਮਸੀਹ ਦੇ ਨਾਮ 'ਚ। ਜੇ ਤੁਸੀਂ ਰਾਤ ਨੂੰ ਸੌਵੋਗੇ ਤਾਂ ਸ਼ੈਤਾਨ ਹਮਲਾ ਕਰੇਗਾ, ਲੇਕਿਨ ਜੇ ਤੁਸੀਂ ਰਾਤ ਨੂੰ ਉੱਠ ਕੇ 3 ਘੰਟੇ ਰੋਜ਼ ਮੈਂ ਪ੍ਰਾਰਥਨਾ ਕਰਾਂਗਾ, ਜੋ ਮਰਜ਼ੀ ਹੋ ਜਵੇ, ਜਿੱਦਾਂ ਦੇ ਮਰਜ਼ੀ ਹਾਲਾਤ ਹੋਣ, ਜਿੱਦਾਂ ਦੀਆਂ ਮਰਜ਼ੀ ਪ੍ਰੋਬਲਮ ਹੋਣ, ਜਿੱਦਾਂ ਦੀ ਮਰਜ਼ੀ ਸਮੱਸਿਆ ਹੋਵੇ, ਲੇਕਿਨ ਮੈਂ ਰਾਤ ਦੇ 12 ਵਜੇ ਤੋਂ ਲੈ ਕੇ 3 ਵਜੇ ਤੱਕ ਘੁੱਟਿਆਂ ਤੇ ਰਵਾਂਗਾ। ਮੈਂ ਸਵੇਰ ਦੇ 3 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਘੁੱਟਿਆਂ ਤੇ ਰਵਾਂਗਾ ਤੇ ਤੁਹਾਨੂੰ ਵਰਨ ਤੋਂ ਕੋਈ ਦੁਨੀਆ ਦੀ ਤਾਕਤ ਨਹੀਂ ਰੋਕ ਸਕੇਗੀ ਯਿਸੂ ਮਸੀਹ ਦੇ ਨਾਮ ਵਿੱਚ। ਔਰ ਤੁਸੀਂ ਵਧੋਗੇ ਹੀ ਵਧੋਗੇ ਜੇ ਤੁਸੀਂ ਫੈਸਲਾ ਲੈ ਲਿਆ। ਤੁਹਾਡਾ ਫੈਸਲਾ ਤੁਹਾਨੂੰ ਆਜ਼ਾਦ ਕਰ ਦੇਵੇਗਾ। ਸਮੱਸਿਆ ਇਹ ਹੈ, ਲੋਕ ਫੈਸਲਾ ਨਹੀਂ ਲੈਂਦੇ, ਲੋਕ ਫੈਸਲਾ ਨਹੀਂ ਲੈਂਦੇ। ਉਹ ਕਦੀ ਕਰ ਲੈਂਦੇ, ਕਦੀ ਨਹੀਂ ਕਰਦੇ, ਕਦੀ ਨੈਚੁਰਲ, ਕਦੀ ਸੁਪਰ ਨੈਚੁਰਲ, ਕਦੀ ਨੈਚੁਰਲ, ਕਦੀ ਸੁਪਰ ਨੈਚੁਰਲ ਲਾਈਫ ਚ, ਕਦੀ 5 ਘੰਟੇ ਪ੍ਰਾਰਥਨਾ ਕਰ ਲਈ, ਕਦੀ ਕੀਤੀ ਨਹੀਂ। ਕਦੀ ਪ੍ਰਾਰਥਨਾ ਦਾ ਸਮਾਂ YouTube ਨੂੰ ਦਿੱਤਾ, ਕਦੀ ਪ੍ਰਾਰਥਨਾ ਦਾ ਸਮਾਂ ਸਿਨੇਮੇ ਨੂੰ ਦਿੱਤਾ, ਕਦੀ ਪ੍ਰਾਰਥਨਾ ਦਾ ਸਮਾਂ ਆਪਣੇ ਭੈਣ ਭਰਾਵਾਂ ਨੂੰ ਦਿੱਤਾ। ਅੱਜ ਭੈਣ ਭਰਾ ਆ, ਆਪਾਂ ਇਹਨਾਂ ਲਈ ਚਿਕਨ ਚੁਕਨ ਬਣਾਉਂਦੇ ਆ। ਇਟਸ ਅਪ ਟੂ ਯੂ, You will be a natural, करो, do it, करो। आम लोग रहोगे। जे खास बनना है, उस समा जेड़ा तुहाडी प्रार्थना दा समा है, वो किसे नूं भी नहीं देना, वो परमेश्वर नूं देना है। अगर तुहाडा प्रार्थना दा समा मनुक्खां विच गुजरदा है, तुसीं कदी भी सुपरनैचुरल च प्रवेश कर सकदे, कदी भी सुपरनैचुरल बन नहीं सकदे, क्योंकि तुसीं परमेश्वर दा आदर नहीं करदे। बाइबल च लिखा, परमेश्वर कहता जो मेरा आदर करता है, जो मेरा आदर करता है, मैं ओदा आदर करता हां। हालेलुया, हालेलुया। जो मेरा आदर करता है, मैं उसका आदर करता हां। मैनू पिछले दिनों के अंदर मैनू परमेश्वर की आत्मा ने कहा, डिसिप्लिन योरसेल्फ एंड डिसिप्लिन योर पीपल। डिसिप्लिन करो अपने आप को, अपने लोगों को डिसिप्लिन कर। मैं तुहानू दस्या 10 बजे चर्च लगेगा, 10 का मतलब 10, और मैं तुहानू भी दस्या सी मैनू डिसिप्लिन करना आउंदा है। जे तुसी आज्ञा च रहोगे, वड्डियां गवाहियां दे नाल तुसी आओगे यीशु मसीह दे नाम च, क्योंकि तुसी आराधना च नहीं आउंदे, आराधना तो बाद आउंदे हो। हालेलुया। तुसी आराधना च नहीं आउंदे, तुसी आराधना तो बाद आउंदे हो। और जे तुसी आराधना तो बाद आउंदे हो तां तुसी अद्धा पोर्शन अपना गवा चुके, 50% तुसी गवा चुके ऑलरेडी। और गवा के आए तां की आए? 50% ब्लेसिंग हैज गॉन। और तुसी कहंदे मैं 4 साल तो चर्च आ रहा, मैं 8 साल तो चर्च आ रहा, बट ब्लेसिंग उत्थे नहीं है। ब्लेसिंग ओदे अंदर है, आज्ञा दे अंदर। प्रभु यीशु मसीह ने कहा कि जेड़ा मेरी आज्ञा नूं मनदा है वो मेरे नाल प्रेम करदा है, जेड़ा मेरे नाल प्रेम करदा वो मेरी आज्ञा नूं मनदा है। जे असीं एक आज्ञा नहीं मनदे तां बाकी आज्ञावां किद्दां मन्नांगे, जे असीं एक आज्ञा नहीं मनदे। सो सानू परमेश्वर दी आज्ञा नूं मनना है,
हालेलुया, हालेलुया। परमेश्वर ने अपने लोगों के उत्ते एक इदां दी सामर्थ उंडेलदा है परमेश्वर कि ਉਹਦੇ ਲੋਕ अलौकिक बन जाण, ਉਹਦੇ ਲੋਕ सुपरनैचुरल बन जाण, ਉਹਦੇ ਲੋਕ चमत्कार करने वाले बन जाण और चमत्कार ਤੁਹਾਡੇ जीवन का रोज का हिस्सा बन जावे। बोलो आमीन। रोज चमत्कार होवे। कितने लोग चाहते हैं रोज चमत्कार करना? हाँ जी, पूरी रात प्रार्थना च बताओ, रोज बताओ 5 साल, उस तो बाद मैनू मिलियो, ਤੁਹਾਡਾ जीवन ਤੁਹਾਡਾ नहीं होएगा, ਤੁਸੀਂ ਉਹ ਪਹਿਲੇ ਵਰਗੇ नहीं रहोगे, ਤੁਹਾਡਾ जीवन वो नहीं होएगा, ਤੁਹਾਡਾ ਸੁਭਾਅ वो नहीं होएगा, ਤੁਸੀਂ ਕਹੋਗੇ ਮੈਨੂੰ ਕਿਸੇ ਚੀਜ਼ ਨਾਲ ਕੋਈ ਲੈਣਾ ਦੇਣਾ नहीं। ਜੇ ਤੁਸੀਂ 8 ਤੋਂ 12 ਘੰਟੇ ਪਰਮੇਸ਼ਵਰ ਦੇ ਵਿੱਚ ਬਿਤਾਓਗੇ, ਲੇਕਿਨ ਤੁਸੀਂ ਸੰਸਾਰ ਦੇ ਵਿੱਚ ਹੋ, ਮੈਂ ਤੁਹਾਨੂੰ ਕਹਿੰਦਾ ਤੁਸੀਂ 4 ਘੰਟੇ ਰੋਜ਼ ਪਰਮੇਸ਼ਵਰ ਨੂੰ ਦੇਣੇ ਸ਼ੁਰੂ ਕਰੋ, then you will be a different from others। ਤੁਸੀਂ ਬਾਕੀਆਂ ਤੋਂ ਅਲੱਗ ਪਹਿਚਾਣੇ ਜਾਓਗੇ, ਤੁਸੀਂ ਬਾਕੀਆਂ ਤੋਂ ਵੱਖਰੇ ਹੋ ਜਾਓਗੇ, ਤੁਸੀਂ ਆਪਣੇ ਘਰਾਣੇ ਤੋਂ ਵੱਖਰੇ ਹੋ ਜਾਓਗੇ, ਤੁਸੀਂ ਆਪਣੇ ਪਰਿਵਾਰ ਤੋਂ ਵੱਖਰੇ ਹੋ ਜਾਓਗੇ, ਕਿਉਂਕਿ ਪਰਮੇਸ਼ਵਰ ਤੁਹਾਨੂੰ ਕਬੂਲ ਕਰੇਗਾ। ਜਿੰਨਾ ਸਮਾਂ ਤੁਸੀਂ ਜਿਹਦੇ ਨਾਲ ਰਹੋਗੇ ਤੁਸੀਂ ਉਹਦੇ ਵਰਗੇ ਬਣਦੇ ਜਾਓਗੇ, ਉਹਦੇ ਵਰਗੇ ਬਣਦੇ ਜਾਓਗੇ, ਉਹਦੇ ਵਰਗੇ ਬਣਦੇ ਜਾਓਗੇ। मूसा 40 दिन 40 रात परमेश्वर ਦੇ ਨਾਲ ਰਿਹਾ। ਜਦੋਂ मूसा 40 दिन 40 ਰਾਤ ਪਰਮੇਸ਼ਵਰ ਦੇ ਨਾਲ ਰਿਹਾ, ਜਦੋਂ मूसा ਥੱਲੇ ਆਇਆ, ਪਹਾੜ ਤੋਂ ਥੱਲੇ ਆਇਆ, ਉਹਦਾ ਚਿਹਰਾ ਸੂਰਜ ਦੀ ਤਰ੍ਹਾਂ ਚਮਕਦਾ ਸੀ, ਉਹਦੇ ਚਿਹਰੇ ਤੋਂ ਕਿਰਨਾਂ ਨਿਕਲਦੀਆਂ ਸਨ। ਇਜ਼ਰਾਈਲੀ ਲੋਕਾਂ ਦਾ ਚਿਹਰਾ ਦੇਖ ਨਹੀਂ ਸਕੇ। ਇਜ਼ਰਾਈਲੀਆਂ ਨੂੰ ਮਿਲਣ ਦੇ ਲਈ मूसा ਨੂੰ ਆਪਣੇ ਚਿਹਰੇ ਦੇ ਉੱਤੇ ਬੋਰੀ ਪਾਉਣੀ ਪੈਂਦੀ ਸੀ, ਉਹ ਬੋਰੀ ਪਾ ਕੇ ਉਹਨਾਂ ਨੂੰ ਮਿਲਦਾ ਸੀ, ਕਿਉਂਕਿ ਉਹ ਲੋਕ मूसा ਦਾ ਚਿਹਰਾ ਦੇਖ ਨਹੀਂ ਸੀ ਸਕਦੇ। ਕਿਉਂ? ਜਿਹਦੇ ਨਾਲ ਰਹੋਗੇ ਉਹਦੇ ਵਰਗੇ ਬਣਦੇ ਜਾਓਗੇ। बोलो आमीन, बोलो आमीन। परमेश्वर ने मूसा ਨੂੰ ਚੁਣਿਆ। परमेश्वर ने मूसा द्वारा की किया? परमेश्वर ने इजराइलियां ਨੂੰ मन्ना खिलाया, सुपरनैचुरल। इजराइली काम नहीं सी करते। ਜਦੋਂ इजराइली ਲੋਕਾਂ ਨੂੰ ਮਿਸਰ ਚੋਂ ਕੱਢ ਕੇ ਲੈ ਕੇ ਆਇਆ मूसा, इजराइलियां ਕੋਲ ਕੋਈ ਕੰਮ ਨਹੀਂ ਸੀ ਕਰਨ ਲਈ, ਕੋਈ ਕੰਮ ਨਹੀਂ ਸੀ इजराइलियां ਕੋਲ ਕਰਨ ਲਈ, ਕਿ परमेश्वर ਉਹਨਾਂ ਨੂੰ ਭੁੱਖਾ ਰੱਖਦਾ ਸੀ। परमेश्वर आकाश चों मन्ना बरसाउंदा सी, आकाश चों मन्ना बरसदा सी, रोज लोग मन्ना खांदे सन। हालेलुया, हालेलुया। मैं तुहानू पिछले दिन दस्सिया, आने वाले समय विच शैतान अपनी मोहर लाएगा, और जिहड़े परमेश्वर दे लोग मोहर नहीं लाउणगे, स्वर्गदूत उन्हां नू खाना लैके उन्हां दे लई आउणगे। स्वर्गदूत उन्हां लोकां लई खाना लैके आउणगे ਜਿਹੜੇ ਲੋਕ ਵਫਾਦਾਰ ਹੋਣਗੇ, ਜਿਹੜੇ ਲੋਕ ਪਰਮੇਸ਼ਵਰ ਦੇ ਨਾਲ ਚੱਲਣ ਵਾਲੇ ਹੋਣਗੇ। ਸਵਰਗਦੂਤ ਉਹਨਾਂ ਦੇ ਲਈ ਪਲੇਟਸ ਜਾ ਕੇ ਲੈ ਕੇ ਆਉਣਗੇ। ਜਿੰਨਾ ਵੱਡਾ ਤੁਹਾਡਾ ਵਿਸ਼ਵਾਸ, ਉਹਨੇ ਵੱਡੇ ਤੁਹਾਡੇ ਲਈ ਕੰਮ ਹੋਣਗੇ, ਕਿਉਂਕਿ ਤੁਸੀਂ ਪਰਮੇਸ਼ਵਰ ਦੇ ਨਾਲ ਚੱਲਣ ਵਾਲੇ ਲੋਕ ਹੋ। ਜਿਹੜੇ ਪਰਮੇਸ਼ਵਰ ਦੇ ਨਾਲ ਚੱਲਣ ਵਾਲੇ ਹਨ, ਉਹ ਪਰਮੇਸ਼ਵਰ ਦੇ ਅਦਭੁਤ ਕੰਮਾਂ ਨੂੰ ਵੀ ਦੇਖਦੇ ਹਨ। ਬੋਲੋ ਆਮੀਨ। ਇਜ਼ਰਾਈਲੀ ਲੋਕਾਂ ਨੇ ਦੇਖਿਆ ਕਿ ਪਰਮੇਸ਼ਵਰ ਆਕਾਸ਼ ਚੋਂ ਮੰਨਾ ਬਰਸਾਉਂਦਾ ਸੀ। ਪਰਮੇਸ਼ਵਰ ਉਹਨਾਂ ਦੀ ਸਿਹਤ ਵੀ ਸੁਪਰਨੈਚੁਰਲ ਸੀ। ਉਹਨਾਂ 'ਚ ਕੋਈ ਬਿਮਾਰ ਨਹੀਂ ਸੀ ਹੁੰਦਾ, ਉਹਨਾਂ 'ਚ ਕੋਈ ਬਿਮਾਰ ਨਹੀਂ ਸੀ ਹੁੰਦਾ। ਉਹਨਾਂ 'ਚ ਇੱਕ ਸਮੱਸਿਆ ਸੀ, ਉਹ ਕੁੜਕੁੜਾਉਂਦੇ ਰਹਿੰਦੇ ਸਨ, ਬੋਲਦੇ ਰਹਿੰਦੇ ਸਨ। मूसा ਕੱਢ ਕੇ ਲੈ ਕੇ ਆਇਆ, ਉਹ मूसा ਨੂੰ ਛੱਡਦੇ ਨਹੀਂ ਸਨ। ਬਸ ਉਹਨਾਂ 'ਚ ਇਹ ਸਮੱਸਿਆ ਸੀ। ਆਪਣੇ ਅਗਵੇ ਦੇ ਵਿਰੋਧ ਵਿੱਚ ਬਹੁਤ ਬੋਲਦੇ ਸਨ। ਅੱਜ ਵੀ ਸਮੱਸਿਆ ਹੈ। लेकिन यू हैव टू क्लीन योरसेल्फ। अपने आप को क्लीन करो, साफ करो, अपने आप को साफ करो। बाइबल च लिखिया, जेड़ा अपने माता पिता का आदर नहीं करता वो आशीष पा नहीं सकता। जेड़ा अपने फिजिकल माता पिता का आदर नहीं करता वो ब्लैसिंग नहीं पा सकता। जेड़ा आत्मिक पिता का आदर नहीं करता, आत्मिक माता पिता का आदर नहीं करता, वो कित्थों ब्लैसिंग ले लेगा। जेड़ा व्यक्ति फिजिकल माता पिता के विरोध में बोलता है ਉਹਦੇ ਤੇ ਸ਼ਰਾਪ ਆਉਂਦਾ ਹੈ। ਜਿਹੜਾ ਆਤਮਿਕ ਮਾਤਾ ਪਿਤਾ ਦੇ ਵਿਰੋਧ ਵਿੱਚ ਬੋਲਦਾ ਹੈ ਉਹਦਾ ਕੀ ਹੋਏਗਾ। ਸੋ ਕੰਟਰੋਲ ਯੋਰਸੈਲਫ। ਆਪਣੇ ਆਪ ਨੂੰ ਬਦਲੋ। ਤੁਸੀਂ ਆਪਣੇ ਆਪ ਨੂੰ ਤਾਂ ਬਦਲ ਸਕਦੇ ਹੋ ਜੇ ਤੁਸੀਂ ਪਰਮੇਸ਼ਵਰ ਨਾਲ ਚੱਲੋਗੇ, ਜੇ ਤੁਹਾਡਾ ਜੀਵਨ ਪ੍ਰਾਰਥਨਾ ਦਾ ਜੀਵਨ ਹੋਏਗਾ, ਜੇ ਤੁਸੀਂ ਪ੍ਰਾਰਥਨਾ ਵਿੱਚ ਸਮਾਂ ਬਿਤਾਓਗੇ। ਯਿਸੂ ਮਸੀਹ ਪੂਰੀ ਰਾਤ ਪ੍ਰਾਰਥਨਾ ਵਿੱਚ ਸਮਾਂ ਬਿਤਾਉਂਦੇ ਸਨ, ਔਰ ਜਦੋਂ ਸਵੇਰ ਨੂੰ ਆਉਂਦੇ ਅਲੌਕਿਕ ਕੰਮ ਕਰਦੇ, ਅੰਨੇ ਦੇਖਦੇ, ਗੂੰਗੇ ਬੋਲਦੇ, ਬਹਿਰੇ ਸੁਣਨ ਲੱਗ ਜਾਂਦੇ, ਕਿਉਂਕਿ ਯਿਸੂ ਮਸੀਹ ਪੂਰੀ ਰਾਤ ਪ੍ਰਾਰਥਨਾ ਵਿੱਚ ਰਹਿੰਦੇ ਸਨ। बोलो आमीन, बोलो आमीन। इजराइलियां ਨੂੰ परमेश्वर ने सुपरनैचुरल प्रोटेक्शन ਦਿੱਤੀ। इजराइलियां ਦਾ ਮੰਨਾ सुपरनैचुरल ਸੀ। इजराइलियां ਨੂੰ ਜਿਹੜਾ ਪਾਣੀ ਮਿਲਦਾ ਸੀ ਉਹ ਵੀ सुपरनैचुरल ਸੀ। ਤੁਹਾਡੇ ਘਰਾਂ 'ਚ ਪਾਣੀ ਕਿੱਥੋਂ ਆਉਂਦਾ ਹੈ? ਕਾਰਪੋਰੇਸ਼ਨ ਚੋਂ।
कॉरपोरेशन ने टैंक लगाया है, ਵੱਡਾ ਵੱਡਾ ਸਮਰਸੀਬਲ ਲਗਾਇਆ ਹੈ। ਉਹ ਪਾਣੀ ਸਟੋਰ ਕਰਦਾ ਹੈ, ਉੱਥੋਂ ਪਾਣੀ ਪਾਈਪਾਂ ਰਾਹੀਂ ਤੁਹਾਡੇ ਘਰਾਂ ਚ ਆਉਂਦਾ ਹੈ। ਇਜ਼ਰਾਈਲੀਆਂ ਨੂੰ ਪਾਣੀ ਕਿੱਥੋਂ ਮਿਲਦਾ ਸੀ? ਪਰਮੇਸ਼ਵਰ ਨੇ ਕਿਹਾ, ਇਜ਼ਰਾਈਲੀ ਕਹਿੰਦੇ ਪਾਣੀ ਨਹੀਂ ਹੈ। मूसा परमेश्वर की दुहाई दिंदा है। परमेश्वर आखदा है, मूसा इजरायली लोगों को, वृद्ध लोगों को अपने नाल लेके जा, चट्टान दे विच जाके लाठी मार, चट्टान पानी देना शुरू करेगी। हालेलुया। चट्टान दे अंदर कदी पानी हुंदा? पत्थर च कदी पानी हुंदा? पत्थर विच टूटी किहने लाई? पत्थर च टूटी किहने लाई? पत्थर च टैंकी किहने बनाई? पत्थर च जे टूटी लाई, जे टैंकी भी लाई, तो जो मोटर किहने फिट की? बिना मोटर तो पानी नहीं आउंदा। एक लाठी दे नाल टूटी भी लगी, टैंकी भी लगी, ते नाल मोटर भी लगी। सुपरनैचुरल। हालेलुया। उन्हां दी प्रोटेक्शन सुपरनैचुरल सी। परमेश्वर अलौकिक तरीके नाल उन्हां दी रखिया करदा सी, अलौकिक तरीके नाल। जे उन्होंने मांस मंगया, परमेश्वर ने हवा चलाई और समुद्र चो बटेरे लिया के पूरी तरह साइड ते छावनी भर दी, पूरी तरह छावनी भर दी। परमेश्वर ने पूरी तरह ना उन्होंने पूरी तरह ना रजा दिता। इन्ना रजाया, इन्ना रजाया, इन्ना रजाया, जब तक उन्होंने नसां विचों बाहर नहीं आया। वो अलौकिकता का परमेश्वर है, वो चमत्कार करने वाला परमेश्वर है। प्रभु यीशु मसीह दे कोल आने वाला व्यक्ति आम नहीं रह सकता। प्रभु यीशु मसीह दे कोल आने वाला व्यक्ति नॉर्मल व्यक्ति नहीं रह सकता। हालेलुया, हालेलुया। यीशु मसीह शरीर विच पैदा हुए, पर यीशु मसीह आत्मा च चलदे सन। वो मरियम दी कोख विचों पवित्र आत्मा दे द्वारा पैदा हुए, बट वो शरीर विच सन, पर चलदे आत्मा च सन। शरीर विच रहिंदे होए तुसी आत्मा च चल सकदे हो। शरीर विच रहिंदे होए तुसी आत्मिक कम्मां नूं कर सकदे हो। शरीर विच रहिंदे होए तुसी आत्मा दे कम्मां नूं करोगे तां उस जगह दे उत्ते चमत्कार होणगे। बोलो आमीन। आमीन। शरीर दे विच जे तुसी प्रार्थना करोगे तां तुहाडी प्रार्थना तुहाडे कोल ही रह जाएगी। जे तुसी आत्मा च प्रार्थना करोगे तां तुसी इत्थे खड़े कनेडा विच जिन्नू मर्जी छू सकदे हो, अमेरिका विच जिन्नू मर्जी छू सकदे हो, आस्ट्रेलिया विच जिन्नू मर्जी छू सकदे हो, तुसी इटली जिन्नू मर्जी छू सकदे हो, जिन्नू मर्जी छू सकदे हो तुसी, जे तुसी आत्मा च हो। तुहाडा आत्मा पृथ्वी दे उत्ते भ्रमण कर सकदा है, तुहाडा आत्मा सुपरनैचुरल काम कर सकदा है। जे तुसी आत्मा दे काम करोगे तां परमेश्वर तुहाडे द्वारा अलौकिक काम करेगा। जे शरीर विच रहोगे तां शरीर दे काम करोगे, क्योंकि आत्मा शरीर दे विरोध विच और शरीर आत्मा दे विरोध विच काम करदे हन। दोनों एक दूजे दे विरोधी हन। हालेलुया। इसलिए बाइबल के अंदर लिखिया, वचन नूं खोलो, पहला यूहन्ना 5 अध्याय उदी 4 आयत। वचन च लिखिया, जो कुछ परमेश्वर से उत्पन्न हुआ है वो संसार पर जय प्राप्त करता है। जे तुसी परमेश्वर तो पैदा होए हो, जे तुसी परमेश्वर तो पैदा होए हो, यू आर ए सुपरनैचुरल पर्सन। तुसी अलौकिक व्यक्ति हो। जे तुसी परमेश्वर तो पैदा होए हो, तुसी अलौकिक हो। पहला जन्म तुहाडे मां बाप ने तुहानू दिता, वो शारीरिक जन्म है। दूसरा जन्म तुसी अपने आत्मिक अगवे दे द्वारा बपतिस्मा लैके पाउंदे हो, वो आत्मिक जीवन है। दूसरा जीवन, जिहड़ा दूसरा जीवन तुहानू मिलिया है, दूसरे जीवन दे अंदर बाइबल च लिखिया, जिहड़ा परमेश्वर तो उत्पन्न होया वो संसार ते जय प्राप्त करेगा। आमीन, आमीन, आमीन। और जो संसार ते जय प्राप्त करता है वो साडा विश्वास है, वो साडा अपना। हालेलुया। तुसी देखिया बहुत सारियां टेस्टामनीज, जिहड़े लोग इत्थे बैठे हुंदे हन, कई औरतां ने, तुहाडे विचों बहुत सारियां औरतां हन, अपनी भूआ दी लड़की लई, अपनी मासी दी लड़की लई, अपनी कजन सिस्टर लई, जिन्हां दे बच्चे नहीं सी,
ਜਦੋਂ ਇੱਥੇ ਪ੍ਰਾਰਥਨਾ ਕੀਤੀ ਉਹਨਾਂ ਨੇ ਆਤਮਾ ਨੂੰ ਛੂਇਆ, ਆਤਮਾ 'ਚ ਛੂਇਆ ਉਹਨਾਂ ਨੂੰ, ਔਰ ਉਹਦੀਆਂ ਬਾਂਝ ਔਰਤਾਂ ਉਹਨਾਂ ਨੇ ਬੱਚੇ ਦਿੱਤੇ। ਕਿਸ ਤਰ੍ਹਾਂ? ਵਿਸ਼ਵਾਸ ਕੰਮ ਕਰਦਾ ਹੈ। ਬੋਲੋ ਆਮੇਨ, ਬੋਲੋ ਆਮੇਨ, ਹਾਲੇਲੂਇਆ, ਹਾਲੇਲੂਇਆ। अलौकिक ਜਿਹੜੀਆਂ ਆਤਮਾ ਹੈ, ਸੁਣੋ ਧਿਆਨ ਨਾਲ, ਜਿਹੜੀ ਪ੍ਰਾਰਥਨਾ ਅਸੀਂ ਕਰਦੇ ਹਾਂ ਉਹ ਸਾਡੇ ਦਿਲ ਦੀ ਗਹਿਰਾਈ ਦੇ ਵਿੱਚੋਂ ਨਿਕਲਣੀ ਚਾਹੀਦੀ ਹੈ। ਜਿਹੜੀ ਪ੍ਰਾਰਥਨਾ ਅਸੀਂ ਬੋਲਦੇ ਹਾਂ ਉਹ ਸਾਡੇ ਦਿਲ ਦੇ ਵਿੱਚੋਂ ਦੀ ਹੋ ਕੇ ਗੁਜ਼ਰਨੀ ਚਾਹੀਦੀ ਹੈ, ਔਰ ਸਾਨੂੰ ਮਹਿਸੂਸ ਹੋ ਕੇ, ਸਾਨੂੰ ਪੂਰੀ ਤਰ੍ਹਾਂ ਟੱਚ ਕਰਕੇ ਉਹ ਸ਼ਬਦ ਸਾਡੇ ਮੂੰਹ ਚੋਂ ਨਿਕਲਣੇ ਚਾਹੀਦੇ ਹਨ। ਜਦੋਂ ਤੁਸੀਂ ਕਹੋਗੇ I am a spirit, मैं एक आत्मा हां और मैं आत्मिक जीवन जीवन वाला व्यक्ति हां। आमेन, आमेन। फिर शरीर ਦੀਆਂ ਚੀਜ਼ਾਂ ਤੇ ਤੁਹਾਡਾ ਚਿੱਤ ਨਹੀਂ ਲੱਗੇਗਾ, शरीर ਦੇ ਕੰਮਾਂ ਤੇ ਤੁਹਾਡਾ ਚਿੱਤ ਨਹੀਂ ਲੱਗੇਗਾ, ਕਿਉਂਕਿ ਤੁਸੀਂ ਇੱਕ ਆਤਮਾ ਹੋ ਔਰ ਤੁਸੀਂ ਆਤਮਿਕ ਜੀਵਨ ਨੂੰ ਜੀਉਣ ਵਾਲੇ ਹੋ। ਔਰ ਜਿਹੜਾ ਵਿਅਕਤੀ ਆਤਮਾ ਹੈ ਉਹ ਆਤਮਾ ਵਿੱਚ ਕੰਮ ਕਰ ਸਕਦਾ ਹੈ, ਉਹ ਆਤਮਾ ਦੇ ਵਿੱਚ ਕੰਮ ਕਰ ਸਕਦਾ ਹੈ, ਔਰ ਆਤਮਿਕ ਵਿਅਕਤੀ ਆਤਮਾ 'ਚ ਕੰਮ ਕਰਦਾ ਹੈ ਔਰ ਹਰ ਇੱਕ ਸ਼ੈਤਾਨ ਦੀ ਚਾਲ ਨੂੰ ਕੱਟ ਸਕਦਾ ਹੈ। ਬੋਲੋ ਆਮੇਨ, ਬੋਲੋ ਆਮੇਨ। ਸੁਣੋ ਧਿਆਨ ਦੇ ਨਾਲ, ਜੇ ਅਸੀਂ ਇੱਕ ਆਤਮਾ ਹਾਂ, ਅਸੀਂ ਅਲੌਕਿਕ ਹਾਂ। ਸਾਨੂੰ ਪਰਮੇਸ਼ਵਰ ਨੇ ਅਲੌਕਿਕ ਸੁਪਰਨੈਚੁਰਲ ਬਣਾਇਆ। स्वर्गदूत आत्मावां हन, उन्होंने परमेश्वर ने सुपरनैचुरल बनाया। दुष्ट आत्मावां वो भी आत्मावां हन, उन्होंने भी परमेश्वर ने सुपरनैचुरल बनाया। थोड़ी कंफ्यूजन पैदा हुई, मैं चाहना थोड़ी कंफ्यूजन पैदा हुई। दुष्ट आत्मावां भी अलौकिक हन, ਅਸੀਂ ਵੀ ਅਲੌਕਿਕ ਹਾਂ, ਸਵਰਗਦੂਤ ਵੀ ਅਲੌਕਿਕ ਹਨ। ਇਸ ਲਈ ਮਨੁੱਖ ਜਦੋਂ ਪਰਮੇਸ਼ਵਰ ਦੇ ਕੋਲ ਨਹੀਂ ਆਉਂਦੇ, ਉਹ ਦੁਸ਼ਟ ਆਤਮਾਵਾਂ ਦੇ ਕੋਲ ਜਾਂਦੇ ਹਨ ਤਾਂ ਕਿ ਉਹ ਅਲੌਕਿਕ ਕੰਮ ਕਰ ਸਕਣ। ਜਦੋਂ ਮੂਸਾ ਮਿਸਰ 'ਚ ਗਿਆ, ਮੂਸਾ ਨੇ ਆਪਣੇ ਹੱਥ ਦੀ ਲਾਠੀ ਸੁੱਟੀ, ਉਹ ਸੱਪ ਬਣ ਗਿਆ। ਤਾਂ ਉਸ ਜਗ੍ਹਾ ਤੇ ਜਾਦੂਗਰ ਵੀ ਆਏ, ਜਾਦੂਗਰਾਂ ਨੇ ਵੀ ਲਾਠੀ ਸੁੱਟੀ, ਉਹ ਵੀ ਸੱਪ ਬਣ ਗਈ। ਜੇ ਪਰਮੇਸ਼ਵਰ ਸੁਪਰਨੈਚੁਰਲ ਕੰਮ ਕਰਦਾ ਹੈ ਤਾਂ ਸ਼ੈਤਾਨ ਵੀ ਸੁਪਰਨੈਚੁਰਲ ਕੰਮ ਕਰਦਾ ਹੈ। ਲੇਕਿਨ ਜਾਣਨਾ ਤੁਸੀਂ ਹੈ ਇਹ ਪਰਮੇਸ਼ਵਰ ਦੇ ਹੱਥ ਦਾ ਕੰਮ ਹੈ ਕਿ ਸ਼ੈਤਾਨ ਦੇ ਹੱਥ ਦਾ ਕੰਮ ਹੈ, ਕਿ ਉਹ ਵਿਅਕਤੀ ਪਰਮੇਸ਼ਵਰ ਦੇ ਵਸ ਦੇ ਅੰਦਰ ਹੈ ਕਿ ਸ਼ੈਤਾਨ ਦੇ ਵਸ ਦੇ ਅੰਦਰ ਹੈ। ਜਦੋਂ ਸ਼ਾਉਲ ਨੂੰ ਪਰਮੇਸ਼ਵਰ ਨੇ ਉੱਤਰ ਨਹੀਂ ਦਿੱਤਾ, ਜਦੋਂ ਸ਼ਾਉਲ ਨੂੰ ਪਰਮੇਸ਼ਵਰ ਦਾ ਉੱਤਰ ਨਹੀਂ ਮਿਲਿਆ, ਉਹ ਭੂਤ ਸਿੱਧੀ ਕਰਨ ਵਾਲੀ ਔਰਤ ਕੋਲ ਚਲਾ ਗਿਆ। ਉਹਨੇ ਕਿਹਾ ਜਾ ਕੇ ਮੇਰੇ ਲਈ ਸ਼ੈਮੂਅਲ ਨੂੰ ਬੁਲਾ। ਸ਼ੈਮੂਅਲ ਨੇ ਕਿਹਾ ਤੂੰ ਮੈਨੂੰ ਇਸ ਜਗ੍ਹਾ ਤੇ ਕਿਉਂ ਬੁਲਾਇਆ ਹੈ, ਕਿਉਂ ਤੂੰ ਮੈਨੂੰ ਸਤਾਇਆ ਹੈ? ਕਹਿੰਦਾ ਮੈਨੂੰ ਉੱਤਰ ਦੇ। ਕਹਿੰਦਾ ਜੇ ਉੱਤਰ ਸੁਣਨਾ ਹੈ ਤਾਂ ਸੁਣ। ਕਹਿੰਦਾ ਫਿਰ ਅੱਜ ਹੀ, ਕਹਿੰਦਾ ਤੂੰ ਤੇ ਤੇਰਾ ਬੇਟਾ ਦੋਨੋਂ ਮੇਰੇ ਨਾਲ ਹੋਣਗੇ, ਹਮ ਨਾਲ ਦੋਨੋਂ ਮਰ ਜਾਣਗੇ। ਜੇ ਲੋਕ ਪਰਮੇਸ਼ਵਰ ਦੇ ਕੋਲ ਨਹੀਂ ਆਉਂਦੇ, ਉਹ ਦੁਸ਼ਟ ਆਤਮਾ ਭੂਤ ਸਿੱਧੀ ਕਰਨ ਵਾਲੇ ਲੋਕਾਂ ਕੋ ਜਾਂਦੇ ਹਨ, ਉਹ ਜਾਦੂ ਟੋਣਾ ਕਰਨ ਵਾਲੇ ਲੋਕਾਂ ਕੋ ਜਾਂਦੇ ਹਨ, ਉਹ ਤੰਤਰ ਮੰਤਰ ਕਰਨ ਵਾਲੇ ਲੋਕਾਂ ਕੋ ਜਾਂਦੇ ਹਨ ਤਾਂ ਕਿ ਕੁਝ ਅਲੌਕਿਕ ਹੋ ਸਕੇ, ਕੁਝ ਅਲੌਕਿਕ ਘਟ ਸਕੇ। ਪਰ ਉਹਨਾਂ ਦੇ ਉੱਤੇ ਪਰਮੇਸ਼ਵਰ ਦਾ ਦੰਡ ਆਏਗਾ, ਉਹਨਾਂ ਉੱਤੇ ਪਰਮੇਸ਼ਵਰ ਦਾ ਦੰਡ ਆਏਗਾ। ਲੇਕਿਨ ਜੇ ਤੁਸੀਂ ਸੁਪਰਨੈਚੁਰਲ ਕੰਮ ਕਰੋਗੇ ਤਾਂ ਤੁਸੀਂ ਸ਼ੈਤਾਨ ਦੀਆਂ ਸਾਰੀਆਂ ਚਾਲਾਂ ਨੂੰ ਕੱਟ ਦਵੋਗੇ ਯਿਸੂ ਮਸੀਹ ਦੇ ਨਾਮ ਵਿੱਚ। ਬੋਲੋ ਆਮੇਨ, बोलो आमेन, बोलो आमेन, हालेलुया, हालेलुया। मैं ਤੁਹਾਨੂੰ ਦੱਸਿਆ ਸੀਗਾ ਸੈਂਟ ਪੈਟਰਿਕ ਇੱਕ ਸ਼ਹਿਰ ਦੇ ਅੰਦਰ ਗਏ। ਉਹ ਵਿਅਕਤੀ ਪਰਮੇਸ਼ਵਰ ਦੇ ਨਾਲ ਚੱਲਣ ਵਾਲਾ ਵਿਅਕਤੀ ਸੀ। ਸੈਂਟ ਪੈਟਰਿਕ ਇੱਕ ਦਿਨ ਇੱਕ ਸ਼ਹਿਰ ਦੇ ਅੰਦਰ ਗਏ। ਉਸ ਸ਼ਹਿਰ ਦੇ ਅੰਦਰ ਧਰਤੀ ਦੇ ਥੱਲੇ ਬਹੁਤ ਸਾਰੇ ਸੱਪ ਰਹਿੰਦੇ ਸਨ। ਜਿੱਦਾਂ ਹੀ ਸੈਂਟ ਪੈਟਰਿਕ ਨੇ ਧਰਤੀ ਤੇ ਕਦਮ ਰੱਖਿਆ, ਸਾਰੇ ਸੱਪ ਧਰਤੀ ਨੂੰ ਛੱਡ ਕੇ ਚਲੇ ਗਏ। ਔਰ ਉਸ ਜਗ੍ਹਾ ਤੇ ਇੱਕ ਜਾਦੂਗਰ ਸੀ। ਉਸ ਜਾਦੂਗਰ ਨੇ ਪੂਰੇ ਪਿੰਡ ਦੇ ਲੋਕਾਂ ਨੂੰ ਆਪਣੇ ਵਸ਼ ਵਿੱਚ ਕੀਤਾ ਹੋਇਆ ਸੀ। ਪੂਰੇ ਪਿੰਡ ਦੇ ਲੋਕ ਜਾਦੂਗਰ ਦੇ ਕੋਲ ਆਉਂਦੇ ਸਨ। ਔਰ ਜਦੋਂ ਸੈਂਟ ਪੈਟਰਿਕ ਉਸ ਸਥਾਨ ਦੇ ਉੱਤੇ ਗਿਆ, ਉਹਨੇ ਜਾਦੂਗਰ ਨੂੰ ਕਿਹਾ, ਕਹਿੰਦਾ ਜੇ ਅੱਜ ਦੇਖਦੇ ਹਾਂ ਕਿ ਕੌਣ ਵੱਡਾ ਪਰਮੇਸ਼ਵਰ ਹੈ, ਯਹੋਵਾ ਜਾਂ ਜਾਦੂਗਰ ਤੇਰਾ। ਉਹਨਾਂ ਨੇ ਕਿਹਾ ਇਦਾਂ ਕਰ। ਜਾਦੂਗਰ ਨੇ ਕਿਹਾ ਠੀਕ ਹੈ। ਜਾਦੂਗਰ ਕਹਿੰਦਾ ਆਪਾਂ ਇੱਕ
ਇੱਕ ਝੌਂਪੜੀ ਬਣਾਉਂਦੇ ਹਾਂ ਲੱਕੜ ਦੀ, ਉਹਨੂੰ ਅੱਗ ਲਾਉਂਦੇ ਹਾਂ, ਉਹਦੇ ਵਿੱਚ ਜਾਦੂਗਰ ਕਹਿੰਦਾ ਮੈਂ ਜਾਵਾਂਗਾ ਔਰ ਜਾਦੂਗਰ ਕਹਿੰਦਾ ਤੂੰ ਜਾਏਗਾ। ਝੌਂਪੜੀ ਨੂੰ ਅੱਗ ਲਗਾ ਦਿਓ, ਜਿਹੜਾ ਜ਼ਿੰਦਾ ਬਚ ਕੇ ਨਿਕਲੇ ਉਹਨੂੰ ਪਰਮੇਸ਼ਵਰ ਮੰਨ ਲਓ। ਸੈਂਟ ਪੈਟਰਿਕ ਕਹਿੰਦਾ ਠੀਕ ਹੈ। ਜਾਦੂਗਰ ਕਹਿੰਦਾ ਤੂੰ ਨਹੀਂ ਜਾਏਗਾ, ਕਹਿੰਦਾ ਤੇਰਾ ਚੇਲਾ ਜਾਏਗਾ, ਆਪਣਾ ਚੇਲਾ ਭੇਜ ਮੇਰੇ ਨਾਲ। ਜਾਦੂਗਰ ਗਿਆ, ਸੈਂਟ ਪੈਟਰਿਕ ਨੇ ਆਪਣੇ ਚੇਲੇ ਉੱਤੇ ਆਪਣਾ ਗਾਊਨ ਲਾ ਕੇ ਚੇਲੇ ਤੇ ਪਾਇਆ। ਸੈਂਟ ਪੈਟਰਿਕ ਜਾਦੂਗਰ ਕਹਿੰਦਾ ਤੇਰੇ ਕੱਪੜੇ ਵਿੱਚ ਸਾਮਰਥ ਹੋ ਸਕਦੀ ਹੈ। ਜਾਦੂਗਰ ਕਹਿੰਦਾ ਨਹੀਂ। ਜਾਦੂਗਰ ਨੇ ਆਪਣਾ ਗਾਊਨ ਲਾ ਕੇ ਉਹਦੇ ਚੇਲੇ ਤੇ ਪਾਇਆ, ਸੈਂਟ ਪੈਟਰਿਕ ਦਾ ਗਾਊਨ ਆਪਣੇ ਉੱਤੇ ਪਾ ਲਿਆ ਔਰ ਦੋਨੋਂ ਉਸ ਝੌਂਪੜੀ 'ਚ ਚਲੇ ਗਏ। ਉਹਨੂੰ ਅੱਗ ਲਗਾ ਦਿੱਤੀ ਗਈ, ਉਹਨੂੰ ਅੱਗ ਲਗਾ ਦਿੱਤੀ ਗਈ। ਅੱਧੇ ਘੰਟੇ ਬਾਅਦ ਸੈਂਟ ਪੈਟਰਿਕ ਦਾ ਚੇਲਾ ਬਾਹਰ ਆਇਆ, ਬਿਲਕੁਲ ਜੀਵਿਤ। ਨਾ ਉਹਦੇ ਕੱਪੜੇ ਜਲੇ, ਨਾ ਉਹਦੇ ਬਾਲ ਜਲੇ, ਨਾ ਉਹਦੀ ਚਮੜੀ ਜਲੀ। ਅੱਜ ਇਦਾਂ ਦੀ ਸਮਰਥ ਦੇ ਲੋਕ ਚਾਹੀਦੇ ਹਨ। ਅੱਜ ਪਰਮੇਸ਼ਵਰ ਚਾਹੁੰਦਾ ਹੈ ਉਹ ਸੈਂਟ ਪੈਟਰਿਕ ਦੀ ਨਾਈ ਲੋਕਾਂ ਨੂੰ ਰੇਜ਼ ਕਰੇ, ਉਹਨਾਂ ਨੂੰ ਖੜਾ ਕਰੇ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਅੱਜ ਪਰਮੇਸ਼ਵਰ ਦੇ ਸਵਰਦੂਤ ਸਾਡੇ ਅੰਦਰ ਮੌਜੂਦ ਹਨ ਔਰ ਪਰਮੇਸ਼ਵਰ ਦੇ ਦੂਤ ਅੱਜ ਕੰਮ ਕਰ ਰਹੇ ਹਨ। ਦਾ ਐਂਜਲ ਆਫ ਗॉड, ਪਰਮੇਸ਼ਵਰ ਦੇ ਦੂਤ ਵਾਪਸ ਖਾਲੀ ਨਹੀਂ ਜਾਂਦੇ, ਕੰਮ ਕਰਨ ਤੋਂ ਬਾਅਦ ਮੁੜਦੇ ਹਨ। ਇਸ ਲਈ ਬਾਈਬਲ 'ਚ ਲਿਖਿਆ, ਜੇ ਤੁਸੀਂ ਧਿਆਨ ਦੇ ਨਾਲ ਵਚਨ ਨੂੰ ਦੇਖੋ, ਇਜ਼ਰਾਈਲੀਆਂ ਲਈ ਪਰਮੇਸ਼ਵਰ ਨੇ ਸਾਰੇ ਕੰਮ ਸੁਪਰਨੈਚੁਰਲ ਕੀਤੇ। ਇਜ਼ਰਾਈਲੀਆਂ ਲਈ ਪਰਮੇਸ਼ਵਰ ਨੇ ਸਭ ਕੁਝ ਸੁਪਰਨੈਚੁਰਲ ਕੀਤਾ। ਇਜ਼ਰਾਈਲੀਆਂ ਲਈ ਪਾਣੀ ਵੀ ਸੁਪਰਨੈਚੁਰਲ ਸੀ, ਉਹਨਾਂ ਦੇ ਕੱਪੜੇ ਵੀ ਨਹੀਂ ਫਟੇ। 40 ਸਾਲ ਤੱਕ, ਧਿਆਨ ਨਾਲ ਸੁਣੋ, 40 ਸਾਲ ਤੱਕ ਉਹ ਇੱਕ ਪਹਾੜ ਦੇ ਆਲੇ ਦੁਆਲੇ ਘੁੰਮਦੇ ਰਹੇ। ਬਾਈਬਲ 'ਚ ਲਿਖਿਆ, ਨਾ ਉਹਨਾਂ ਦੇ ਕੱਪੜੇ ਫਟੇ, ਨਾ ਉਹਨਾਂ ਦੇ ਜੁੱਤੇ ਫਟੇ। ਜੇ ਉਹਨਾਂ ਦੇ ਬੱਚੇ ਛੋਟੇ ਸਨ, ਉਸ ਸਮੇਂ ਕੋਈ ਮੋਚੀ ਤਾਂ ਨਹੀਂ ਸੀ, ਉਸ ਸਮੇਂ ਕੋਈ ਸ਼ੂਜ਼ ਦੀ ਕੋਈ ਸ਼ਾਪ ਤਾਂ ਨਹੀਂ ਸੀ, ਕੱਪੜਿਆਂ ਦੀ ਕੋਈ ਸ਼ਾਪ ਤਾਂ ਨਹੀਂ ਸੀ। ਤੁਸੀਂ ਹਰ 3 ਮਹੀਨੇ ਬਾਅਦ, 6 ਮਹੀਨੇ ਬਾਅਦ ਕੱਪੜੇ ਨਵੇਂ ਖਰੀਦਦੇ ਹੋ, ਸਾਲ ਬਾਅਦ ਕੱਪੜੇ ਨਵੇਂ ਖਰੀਦਦੇ ਹੋ। ਇਜ਼ਰਾਈਲੀਆਂ ਲਈ ਕੋਈ ਦੁਕਾਨ ਸੀ? ਇਜ਼ਰਾਈਲੀਆਂ ਲਈ ਕਿਹੜਾ ਸ਼ੋਰੂਮ ਸੀ? ਨਾਈਕੀ ਦਾ ਕਿਹੜਾ ਸ਼ੋਰੂਮ ਸੀ ਇਜ਼ਰਾਈਲੀਆਂ ਲਈ? ਜੰਗਲ ਦੇ ਅੰਦਰ, ਪਹਾੜਾਂ ਦੇ ਵਿੱਚ ਕਿਹੜੀ ਘੜੀਆਂ ਦੀ ਦੁਕਾਨ ਸੀ? ਕਿਹੜੀ ਪਰਫਿਊਮ ਦੀ ਦੁਕਾਨ ਸੀ? ਕਿਹੜੀ ਸਾਬਣ ਦੀ ਦੁਕਾਨ ਸੀ? ਕਿਹੜੀ ਤੁਹਾਡੇ ਰਾਸ਼ਨ ਦੀ ਦੁਕਾਨ ਸੀ? ਕਿਹੜੀ ਹਲਵਾਈ ਦੀ ਦੁਕਾਨ ਸੀ? ਕੀ ਸੀ ਉਹਨਾਂ ਲਈ? ਪਰਮੇਸ਼ਵਰ ਉਹਨਾਂ ਲਈ ਸਭ ਕੁਝ ਸੀ। ਬੋਲੋ ਆਮੇਨ, ਬੋਲੋ ਆਮੇਨ। God is everything for Israeli। ਪਰਮੇਸ਼ਵਰ ਹੀ ਉਹਨਾਂ ਲਈ ਸਭ ਕੁਝ ਸੀ। ਇਜ਼ਰਾਈਲੀਆਂ ਦੇ ਬੱਚੇ ਵੱਡੇ ਹੁੰਦੇ, ਉਹਨਾਂ ਦੇ ਨਾਲ ਬੂਟ ਵੀ ਵੱਡੇ ਹੁੰਦੇ। ਇਜ਼ਰਾਈਲੀਆਂ ਦੇ ਬੱਚੇ ਵੱਡੇ ਹੁੰਦੇ, ਪੈਰ ਵੱਡੇ ਹੁੰਦੇ। ਇੱਥੇ 3-6 ਮਹੀਨੇ ਬਾਅਦ ਬੱਚਿਆਂ ਦੇ ਬੂਟ ਨਵੇਂ ਲੈਣੇ ਪੈਂਦੇ, ਉਹਨਾਂ ਦੇ ਪੈਰ ਵੱਡੇ ਹੋ ਜਾਂਦੇ। ਇਜ਼ਰਾਈਲੀਆਂ ਦੇ ਪੈਰ ਵੱਡੇ ਹੁੰਦੇ, ਨਾਲ ਬੂਟ ਵੀ ਵੱਡੇ ਹੁੰਦੇ। ਇਜ਼ਰਾਈਲੀਆਂ ਦੇ ਬੱਚੇ ਵੱਡੇ ਹੁੰਦੇ, ਨਾਲ ਕੱਪੜੇ ਵੀ ਵੱਡੇ ਹੋ ਰਹੇ ਸੀ। ਸੁਪਰਨੈਚੁਰਲ। ਕਿੰਨਾ ਅਲੌਕਿਕ ਪਰਮੇਸ਼ਵਰ ਹੈ ਜਿਹਨੂੰ ਅਸੀਂ ਮੰਨਦੇ ਹਾਂ, ਕਿੰਨਾ ਸਾਮਰਥੀ ਪਰਮੇਸ਼ਵਰ ਹੈ ਜਿਹਨੂੰ ਅਸੀਂ ਮੰਨਦੇ ਹਾਂ। ਸਾਡਾ ਪਰਮੇਸ਼ਵਰ ਆਮ ਪਰਮੇਸ਼ਵਰ ਨਹੀਂ ਹੈ, ਉਹ ਸੁਪਰਨੈਚੁਰਲ ਪਰਮੇਸ਼ਵਰ ਹੈ, ਜਿਹੜਾ ਆਵਾਜ਼ ਮਾਰ ਕੇ ਮੁਰਦਿਆਂ ਨੂੰ ਵੀ ਜ਼ਿੰਦਾ ਕਰਨ ਦੀ ਸਾਮਰਥ ਰੱਖਦਾ ਹੈ, ਔਰ ਜਿਹੜਾ ਪਰਮੇਸ਼ਵਰ ਲੰਗੜਿਆਂ ਨੂੰ ਚੱਲਣ ਦੀ ਸਾਮਰਥ ਦਿੰਦਾ ਹੈ, ਅੰਨ੍ਹਿਆਂ ਨੂੰ ਦੇਖਣ ਦੀ ਸਾਮਰਥ ਦਿੰਦਾ ਹੈ, ਬੋਲਿਆਂ ਨੂੰ ਸੁਣਨ ਦੀ ਸਾਮਰਥ ਦਿੰਦਾ ਹੈ। ਸਾਡਾ ਪਰਮੇਸ਼ਵਰ ਆਮ ਪਰਮੇਸ਼ਵਰ ਨਹੀਂ, ਹੀ ਇਜ਼ ਅ ਸੁਪਰਨੈਚੁਰਲ ਗॉड। ਹਾਲੇਲੂਇਆ, ਹਾਲੇਲੂਇਆ। अलौकिक परमेश्वर दे नाल तुहानू अलौकिकता नाल चलना पएगा। तुसीं अपनी संसारिक बुद्धि नाल परमेश्वर दे नाल नहीं चल सकदे। तुसीं संसारिक बुद्धि नाल परमेश्वर दी गल्लां नूं नहीं समझ सकदे। तुसीं संसारिक बुद्धि नाल परमेश्वर दे वचनां नूं नहीं समझ सकदे। तुसीं संसारिक बुद्धि नाल परमेश्वर दे नाल नहीं चल सकदे। जे परमेश्वर दे नाल चलना है तां तुहानू अलौकिक बुद्धि भी चाहिदी है ताकि परमेश्वर दे नाल चल सको। अलौकिक विश्वास चाहिदा है ताकि उस विश्वास दे नाल चल सको और उस विश्वास दे नाल सुपरनैचुरल काम होणगे। बोलो आमीन, बोलो आमीन। विश्वास भी मजबूत चाहिए है, चट्टान की तरह जिहड़ा कभी टुट ना सके। बाइबल च लिखिया दो मनुख, प्रभु यीशु मसीह ने कहा दो मनुख हैं। एक व्यक्ति जिहड़ा मूर्ख, उन्हें अपना घर चट्टान ते नहीं, उन्हें अपना घर रेत ते बनाया। एक व्यक्ति बुद्धिमान जिन्हें अपना घर चट्टान ते बनाया। चट्टान ते बनाने वाला बुद्धिमान कौन है? जिन्हें अपना घर यीशु मसीह दे उत्ते बनाया, क्योंकि यीशु मसीह ही साडी जीवन दी नींह है, वो फाउंडेशन है साडी।
ਜਿਹਦੀ ਫਾਊਂਡੇਸ਼ਨ ਯਿਸੂ ਮਸੀਹ ਹੈ, ਉਹਨੂੰ ਕੋਈ ਗਿਰਾ ਨਹੀਂ ਸਕਦਾ। ਔਰ ਜਿਹਦੀ ਫਾਊਂਡੇਸ਼ਨ ਵੀਕ ਹੈ, ਉਹ ਘਰ ਕਦੀ ਵੀ ਟਿਕ ਸਕਦਾ ਹੈ, ਉਹ ਘਰ ਕਦੀ ਵੀ ਟਿਕ ਸਕਦਾ ਹੈ। ਹਾਲੇਲੂਇਆ, ਹਾਲੇਲੂਇਆ। ਸਾਡੇ ਵਿੱਚ ਇਸ ਜਗ੍ਹਾ ਤੇ ਬ੍ਰਦਰ ਓਮ ਪ੍ਰਕਾਸ਼ ਹਨ। ਤੁਸੀਂ ਪਿਛਲੇ ਸਾਲ ਜਾਣਿਆ, ਪਿਛਲੇ ਸਾਲ ਨੇਪਾਲ ਦੇ ਅੰਦਰ ਕਿੰਨੀ ਵਾਰ ਝਾਲ ਤੇ ਭੁਚਾਲ ਆਏ। ਔਰ ਮੈਂ ਬ੍ਰਦਰ ਓਮ ਪ੍ਰਕਾਸ਼ ਨੂੰ ਕਿਹਾ, ਕਹਿੰਦੇ ਪਾਸਟਰ ਜੀ ਸਾਡਾ ਘਰ ਟਿੱਠ ਨਾ ਜਾਏ। ਸਿਸਟਰ ਤਾਰਾ, ਮੈਂ ਇਹਨਾਂ ਨੂੰ ਕਿਹਾ ਜਿਹਦਾ ਮਰਜ਼ੀ ਘਰ ਟਿੱਠ ਜਾਏ, ਪਰ ਤੁਹਾਡੇ ਘਰ ਨਹੀਂ ਡਿੱਗਣਗੇ। ਬ੍ਰਦਰ ਓਮ ਪ੍ਰਕਾਸ਼ ਦੇ ਘਰ ਦੇ ਨਾਲ ਦਾ ਘਰ ਟਿੱਠ ਗਿਆ, ਪਰ ਉਹਨਾਂ ਦਾ ਘਰ ਬਣਿਆ ਹੋਇਆ ਹੈ। ਜਿਹੜਾ ਸੁਪਰਨੈਚੁਰਲ ਪਰਮੇਸ਼ਵਰ ਹੈ ਸਾਡਾ, ਜਿਹੜਾ ਸਾਡਾ ਅਲੌਕਿਕ ਪਰਮੇਸ਼ਵਰ ਹੈ, ਮੈਂ ਤੁਹਾਨੂੰ ਕਿਹਾ ਜਿਹੜਾ ਤੁਹਾਡੇ ਅੰਦਰ ਅਲੌਕਿਕ ਵਿਸ਼ਵਾਸ ਹੈ, ਤੁਸੀਂ ਆਪਣੇ ਅਲੌਕਿਕ ਵਿਸ਼ਵਾਸ ਦੇ ਨਾਲ ਤੁਸੀਂ ਉਹ ਕੰਮ ਕਰ ਸਕਦੇ ਹੋ, ਉਹ ਕੰਮ ਦੇਖ ਸਕਦੇ ਹੋ ਜੋ ਪਰਮੇਸ਼ਵਰ ਤੁਹਾਡੇ ਤੋਂ ਕਰਾਉਣਾ ਚਾਹੁੰਦਾ ਹੈ। ਜੋ ਤੁਸੀਂ ਦੇਖਣਾ ਚਾਹੁੰਦੇ ਹੋ ਉਹ ਕੰਮ ਘਟਣਗੇ ਜੇ ਤੁਹਾਡੇ ਕੋਲ ਅਲੌਕਿਕ ਵਿਸ਼ਵਾਸ ਹੈ। ਹਾਲੇਲੂਇਆ। ਮੁਰਦਾ ਵਿਸ਼ਵਾਸ ਕੰਮ ਨਹੀਂ ਕਰੇਗਾ, ਜ਼ਿੰਦਾ ਵਿਸ਼ਵਾਸ ਚਾਹੀਦਾ ਹੈ। ਜ਼ਿੰਦਾ ਪਰਮੇਸ਼ਵਰ ਕੰਮ ਕਰਦਾ ਹੈ, ਮੁਰਦੇ ਪਰਮੇਸ਼ਵਰ ਕੰਮ ਨਹੀਂ ਕਰਦੇ। ਜਿਹੜੇ ਮਟੀਆਂ ਮਸਾਣਾਂ 'ਚ ਪਏ ਹਨ ਉਹ ਕੰਮ ਨਹੀਂ ਕਰਦੇ, ਉਹ ਮਰ ਚੁੱਕੇ ਹਨ। ਸਾਡਾ ਪਰਮੇਸ਼ਵਰ ਜ਼ਿੰਦਾ ਹੈ, ਜੀਵਿਤ ਪਰਮੇਸ਼ਵਰ ਕੰਮ ਕਰਦਾ ਹੈ। ਜੀਵਿਤ ਪਰਮੇਸ਼ਵਰ ਦੇ ਅੱਗੇ ਜੋ ਪ੍ਰਾਰਥਨਾ ਕਰਦੇ ਹਾਂ ਉਹ ਪਰਮੇਸ਼ਵਰ ਸੁਣ ਕੇ ਉੱਤਰ ਦਿੰਦਾ ਹੈ, ਕਿਉਂਕਿ ਉਹ ਜੀਵਿਤ ਪਰਮੇਸ਼ਵਰ ਹੈ। ਬੋਲੋ ਆਮੈਨ, ਬੋਲੋ ਆਮੈਨ, ਹਾਲੇਲੂਇਆ। ਜੇ ਤੁਸੀਂ ਵਚਨ ਨੂੰ ਦੇਖੋ, ਯਹੋਸ਼ੂਆ ਦੀ ਪੁਸਤਕ, ਯਹੋਸ਼ੂ ਦੀ ਪੁਸਤਕ 3 ਅਧਿਆਏ ਉਹਦੀ 14 ਤੋਂ 17 ਆਇਤ ਤੱਕ बाइबल च लिखा, तब प्रजा के लोगों ने अपने डेरे से यरदन पार जाने को कूच किया और याजक वाचा के संदूक को उठाए हुए प्रजा के आगे आगे चले और संदूक के उठाने वाले यरदन पर पहुंचे और संदूक के उठाने वाले याजकों के पांव यरदन तीर के जल में डूब गए और यरदन का जल तो कटनी के समय सब दिन अपने तट के ऊपर ऊपर बहा करता था। तब जो जल ऊपर की ओर से बहा आता था वह बहुत दूर अर्थात आदाम नगर के पास जो सारतान के निकट है रुककर ढेर हो गया और दीवार सा उठा रहा। जो जल अराबा के ताल और खारा ताल भी कहलाता था उसकी ओर बहा जाता था, वह पूरी रीति से सूख गया और प्रजा के लोग यरीहो के सामने पार उतर गए। हालेलुया। ਜਦੋਂ ਯਹੋਸ਼ੂ ਨੇ ਯਰਦਨ ਦਰਿਆ ਨੂੰ ਪਾਰ ਕਰਨਾ ਸੀ, ਸੁਣਨਾ ਧਿਆਨ ਦੇ ਨਾਲ, ਯਰਦਨ ਦਰਿਆ ਜਿਹੜਾ ਸੀ ਉਹ ਤੋਂ ਥੋੜੀ ਅੱਗੇ, ਜਿਸ ਤਰ੍ਹਾਂ ਤੁਸੀਂ ਝਰਨੇ ਦੇਖਦੇ ਹੋ, ਉੱਤੋਂ ਪਾਣੀ ਥੱਲੇ ਵਹਿੰਦਾ ਹੈ, ਉੱਤੋਂ ਪਾਣੀ ਥੱਲੇ ਡਿੱਗਦਾ ਹੈ, ਥੱਲੇ ਡਿੱਗ ਕੇ ਉਹ ਇੱਕ ਝਰਨਾ ਬਣਦਾ ਹੈ ਔਰ ਥੱਲਿਓਂ ਪਾਣੀ ਜਿਹੜਾ ਹੈ ਪਹਾੜਾਂ ਤੋਂ ਥੱਲੇ ਨੂੰ ਆਉਂਦਾ ਹੈ। ਪਾਣੀ ਉਸ ਜਗ੍ਹਾ ਤੋਂ ਝਰਨੇ ਦੇ ਰਾਹੀਂ ਥੱਲੇ ਡਿੱਗਦਾ ਸੀ ਔਰ ਪਾਣੀ ਇਕੱਠਾ ਹੁੰਦਾ ਔਰ ਪਾਣੀ ਅੱਗੇ ਅੱਗੇ ਬਹਿ ਕੇ ਪਾਣੀ ਆਉਂਦਾ ਸੀ। ਲੇਕਿਨ ਜਦੋਂ ਯਹੋਸ਼ੂ ਤੇ ਉਹਦੇ ਯਾਜਕ ਵਾਚਾ ਦੇ ਸੰਦੂਕ ਨੂੰ ਉਠਾ ਕੇ ਉਹਨਾਂ ਨੇ ਇਸ ਸਥਾਨ ਦੇ ਵਿੱਚੋਂ ਗੁਜ਼ਰਨਾ ਸੀ, ਪਰਮੇਸ਼ਵਰ ਨੇ ਕੀ ਕੀਤਾ, ਜਿਹੜਾ ਝਰਨਾ ਡਿੱਗਦਾ ਸੀ ਉਹਦਾ ਪਾਣੀ ਉਸ ਜਗ੍ਹਾ ਤੇ ਹੀ ਢੇਰ ਹੋ ਕੇ ਅੰਦਰ ਹੀ ਜਾਂਦਾ ਸੀ, ਜ਼ਮੀਨ ਦੇ ਅੰਦਰ ਜਾਣ ਲੱਗਾ ਔਰ ਪਾਣੀ ਰੁਕ ਗਿਆ ਔਰ ਪਾਣੀ ਰੁਕ ਕੇ ਉਸ ਜਗ੍ਹਾ ਦੇ ਉੱਤੇ ਦੀਵਾਰ ਦਾ ਕੰਮ ਬਣ ਗਿਆ, ਦੀਵਾਰ ਦੀ ਟਾਈਪ ਬਣ ਗਿਆ ਔਰ ਬਾਕੀ ਪਾਣੀ ਜਿਹੜਾ ਸੀ ਉਹਨਾਂ ਦੇ ਪੈਰਾਂ 'ਚ ਸੀਗਾ ਉਹ ਪੂਰੀ ਤਰ੍ਹਾਂ ਸੁੱਕ ਗਿਆ। ਔਰ ਯਹੋਸ਼ੂ याजक उन्होंने यरदन दरिया च पैर रखे, पानी नहीं सी, पूरी तरह तुर के यरदन दरिया नूं पार कर गए। परमेश्वर ने साबित किया मैं यहोशू दे नाल हां, परमेश्वर ने साबित किया मैं इजराइली, मैं तुहाडे नाल हां। हालेलुया। कोई भी समुंदर तुहाडे सामने टिक नहीं सकेगा यीशु मसीह दे नाम विच, जे तुसी सुपरनैचुरल व्यक्ति हो। हालेलुया। मैं 2014 ਦੇ ਵਿੱਚ ਕੇਰਲਾ ਚ ਸੀ। 2014 ਦੇ ਵਿੱਚ ਜਦੋਂ ਮੈਂ ਕੇਰਲਾ ਚ ਸੀ, ਅਸੀਂ ਇੱਕ ਦਿਨ ਸਮੁੰਦਰ ਤੇ ਟਹਿਲਣ ਲਈ ਗਏ। ਜਦੋਂ ਅਸੀਂ ਸਮੁੰਦਰ ਦੇ ਉੱਪਰ ਸਮੁੰਦਰ ਚ ਗਏ ਔਰ ਅਸੀਂ ਸਮੁੰਦਰ ਵਿੱਚ ਜਾ ਕੇ ਬਿਲਕੁਲ ਕਾਰਨਰ ਦੇ ਉੱਤੇ ਜਿੱਥੇ ਸਮੁੰਦਰ ਦੀਆਂ ਲਹਿਰਾਂ ਆਉਂਦੀਆਂ, ਅਸੀਂ ਸਿਰਫ ਉੱਥੇ ਖੜੇ ਸੀ। ਔਰ
ਜਦੋਂ ਲਹਿਰਾਂ ਆਉਂਦੀਆਂ ਉਹ ਪਾਣੀ ਪੈਰਾਂ ਨੂੰ ਲੱਗਦਾ, ਮਿੱਟੀ ਚੱਪਲਾਂ 'ਚ ਚਲੀ ਜਾਂਦੀ। ਮੈਂ ਆਪਣੀ ਚੱਪਲ ਨੂੰ ਝਾੜ ਕੇ ਇਦਾਂ ਕਰਨ ਲੱਗਾ, ਜਦੋਂ ਸਮੁੰਦਰ ਦੀ ਲਹਿਰ ਵਾਪਸ ਗਈ ਤਾਂ ਪੈਰ ਦੀ ਚੱਪਲ ਨੂੰ ਵੀ ਨਾਲ ਲੈ ਗਈ। ਔਰ ਉਸ ਸਮੇਂ ਬਹੁਤ ਸਾਰੇ ਲੋਕ ਉਸ ਜਗ੍ਹਾ ਤੇ ਖੜੇ ਸਨ, ਉਹ ਹੱਸਣ ਲੱਗ ਪਏ। ਨੈਚੁਰਲ ਹੈ, ਇਹ ਨੈਚੁਰਲ ਗੱਲ ਹੈ। ਜਦੋਂ ਅਸੀਂ ਸਾਰੇ ਇਕੱਠੇ ਹੁੰਦੇ ਹਾਂ ਤੇ ਉਸ ਸਮੇਂ ਕੀ ਹੁੰਦਾ ਹੈ, ਜਦੋਂ ਕਿਸੇ ਵਿਅਕਤੀ ਦੀ ਚੱਪਲ ਜਾਂ ਕੋਈ ਵੀ ਚੀਜ਼ ਸਮੁੰਦਰ 'ਚ ਚਲੀ ਜਾਵੇ ਤਾਂ ਲੋਕ ਹੱਸਦੇ ਹਨ। ਮੈਂ ਪਹਿਲਾਂ ਸੋਚਿਆ ਦੂਜੀ ਵੀ ਸੁੱਟ ਦੇਵਾਂ, ਪਰ ਮੈਂ ਸੋਚਿਆ ਮੇਰੇ ਕੋਲ ਅਧਿਕਾਰ ਹੈ ਇਹਨੂੰ ਵਾਪਸ ਲੈਣ ਦਾ। ਮੈਂ ਆਪਣੀ ਆਤਮਾ 'ਚ ਸਮੁੰਦਰ ਨੂੰ ਡਾਂਟਿਆ, ਮੈਂ ਕਿਹਾ ਮੇਰੀ ਚੱਪਲ ਵਾਪਸ ਕਰ। ਮੈਂ ਆਤਮਾ 'ਚ ਡਾਂਟਿਆ, ਮੇਰੀ ਚੱਪਲ ਵਾਪਸ ਕਰ। ਦੂਸਰੀ ਲਹਿਰ ਆਈ, ਉਹਨੇ ਚੱਪਲ ਚੱਕ ਕੇ ਸੁੱਕੇ ਤੇ ਸੁੱਟ ਦਿੱਤੀ। ਮੈਂ ਜਾ ਕੇ ਚੱਪਲ ਪਾਈ, ਹੁਣ ਸਾਰੇ ਚੁੱਪ ਹੋ ਗਏ, ਹੁਣ ਕੋਈ ਹੱਸ ਨਹੀਂ ਰਿਹਾ। ਯੂ ਆਰ ਅ ਸੁਪਰਨੈਚੁਰਲ। ਤੁਹਾਨੂੰ ਦੱਸਣ ਦੀ ਲੋੜ ਨਹੀਂ, ਤੁਹਾਡੇ ਕੰਮ ਪ੍ਰਗਟ ਕਰਨਗੇ ਤੁਸੀਂ ਸੁਪਰਨੈਚੁਰਲ। ਤੁਸੀਂ ਅਲੌਕਿਕਤਾ ਦੇ ਜੀਵਨ 'ਚ ਹੋ, ਤੁਹਾਡੇ ਕੰਮ ਦੱਸਣਗੇ, ਤੁਹਾਨੂੰ ਦੱਸਣ ਦੀ ਲੋੜ ਨਹੀਂ। ਤੁਹਾਡਾ ਕੰਮ ਬੋਲਣਾ ਚਾਹੀਦਾ ਹੈ। ਜਦੋਂ ਤੁਸੀਂ ਕਿਸੇ ਕੋ ਕੰਮ ਕਰਾਉਣ ਲਈ ਲੈ ਕੇ ਜਾਂਦੇ, ਕਿਸੇ ਤਰਖਾਣ ਦੇ ਕੋਲ ਜਾਂ ਕਿਸੇ ਕਾਰਪੈਂਟਰ ਦੇ ਕੋਲ ਤੁਸੀਂ ਜਾਂਦੇ ਹੋ, ਉਹ ਕਹਿੰਦੇ ਤੇਰਾ ਕੰਮ ਵਧੀਆ ਹੋਣਾ ਚਾਹੀਦਾ, ਪੈਸੇ ਦੀ ਚਿੰਤਾ ਨਾ ਕਰੀ। ਪਰਮੇਸ਼ਵਰ ਵੀ ਕਹਿੰਦਾ ਹੈ ਮੈਂ ਤੈਨੂੰ ਸਾਮਰਥ ਦਿੰਦਾ ਹਾਂ, ਤੂੰ ਚਿੰਤਾ ਨਾ ਕਰ, ਕਰੀ ਜਾ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਬਾਈਬਲ 'ਚ ਲਿਖਿਆ ਪਰਮੇਸ਼ਵਰ ਨੇ ਯਹੋਸ਼ੂ ਨੂੰ ਇੰਨੀ ਸਾਮਰਥ ਦਿੱਤੀ। ਜੇ ਅਸੀਂ ਵਚਨ ਨੂੰ ਦੇਖਦੇ ਹਾਂ, ਯਹੋਸ਼ੂ ਲੜਾਈ ਦੇ ਮੈਦਾਨ ਦੇ ਅੰਦਰ ਹੈ ਔਰ ਯਹੋਸ਼ੂ ਅਮੋਰੀਆਂ ਦੇ ਨਾਲ ਲੜਾਈ ਕਰ ਰਿਹਾ ਹੈ। ਯਹੋਸ਼ੂ ਲੜਾਈ ਦੇ ਮੈਦਾਨ ਦੇ ਅੰਦਰ ਹੈ ਔਰ ਯਹੋਸ਼ੂ ਅਮੋਰੀਆਂ ਦੇ ਨਾਲ ਲੜਾਈ ਕਰ ਰਿਹਾ ਹੈ। ਔਰ ਜਦੋਂ ਯਹੋਸ਼ੂ ਅਮੋਰੀਆਂ ਨਾਲ ਲੜਾਈ ਕਰ ਰਿਹਾ, ਬਾਈਬਲ 'ਚ ਲਿਖਿਆ ਉਹਦਾ ਇੰਨਾ ਕੁ ਪਰਮੇਸ਼ਵਰ ਦੇ ਨਾਲ ਪ੍ਰੇਮ ਸੀ ਯਹੋਸ਼ੂ ਦਾ। ਜੇ ਤੁਸੀਂ ਵਚਨ ਨੂੰ ਪੜੋ, ਦੇਖੋ यहोशू की पुस्तक सारे ने खोलो, 10 अध्याय उसकी 11 पढ़ो। फिर जब वह इजराइलियों के सामने भागकर बेथरोन की तराई पर आए, तब अजेका पहुंचते पर यहोवा ने आकाश से बड़े बड़े पत्थर उन पर बरसाए और वह मर गए। जो औलों से मारे गए उनकी गिनती इजराइलियों की तलवार से मारे हुए से अधिक थी। हालेलुया, हालेलुया। सुनो ध्यान दे नाल, जे थले बच्चा लड़दा होवे ਤਾਂ ਕੀ ਉਹਦਾ ਪਿਤਾ ਚੁੱਪ ਰਹੇਗਾ? ਉਹਦੇ ਪਿਤਾ ਨੇ ਵੀ ਆਕਾਸ਼ ਚੋਂ ਪੱਥਰ ਬਰਸਾਏ। ਹੁਣ ਤੁਸੀਂ ਸੋਚ ਕੇ ਦੇਖੋ, ਦੋ ਬੰਦੇ ਲੜ ਰਹੇ ਹਨ, ਉਹਨਾਂ 'ਚ ਕਿੰਨਾ ਕੁ ਡਿਸਟੈਂਸ ਹੋਊਗਾ? ਜਿਹੜਾ ਪੱਥਰ ਆਕਾਸ਼ ਤੋਂ ਆ ਰਿਹਾ ਉਹ ਕੱਲਾ ਅਮੋਰੀਆਂ ਦੇ ਲੱਗ ਰਿਹਾ, ਇਜ਼ਰਾਈਲਾਂ ਦੇ ਨਹੀਂ ਲੱਗ ਰਿਹਾ। ਕਿੰਨਾ ਡਿਸਟੈਂਸ ਹੈ? ਗੂਗਲ ਜਾਣਦੇ, ਉਹ ਡਿਸਟੈਂਸ ਤੁਹਾਨੂੰ ਦੱਸ ਦੂਗਾ ਧਰਤੀ ਤੋਂ ਆਕਾਸ਼ ਦਾ ਡਿਸਟੈਂਸ ਕਿੰਨਾ ਆ। ਗੂਗਲ ਔਰ ਜਿਹੜਾ ਪੱਥਰ ਆਕਾਸ਼ ਤੋਂ ਆਉਂਦਾ ਸੀ ਉਹ ਇਮੋਰੀਆਂ ਦੇ ਲੱਗਦਾ ਸੀ, ਪਰ ਇਜ਼ਰਾਈਲੀਆਂ ਦੇ ਨਹੀਂ ਸੀ ਲੱਗਦਾ। ਪਰਮੇਸ਼ਵਰ ਅਦਭੁਤ ਹੈ ਸਾਡਾ। ਉਹ ਜਿਹਨੂੰ ਚੁਣ ਲੈਂਦਾ ਹੈ ਉਹ ਸਿਰਫ ਉਹਦੇ ਨਾਲ ਹੀ ਸੁਪਰਨੈਚੁਰਲ ਕੰਮ ਕਰਦਾ ਹੈ, ਦੂਸਰਿਆਂ ਨਾਲ ਨਹੀਂ। परमेश्वर ने इजराइलियां विच ते मिस्रियां विच डिफरेंस पाया। इजराइली लग सन, मिस्री लग सन। जदों रात नूं परमेश्वर ने मौत दे दूत नूं भेजिया, उस मौत दे दूत ने केवल मिस्रियां दे पहलौठियां नूं मारिया, इजराइलियां दा एक भी पहलौठा नहीं मरिया। ही इज ए सुपरनैचुरल गॉड। वो अलौकिक लोकां दे नाल अलौकिक काम करदा है। हालेलुया। तुसी एक कहावत सुनी है, बगल में छुरी अगे खुदाई देखे। हाँ जी, जेड़ा व्यक्ति बगल च छुरी रखता है कि खुदा उहदे नाल काम करेगा? नहीं करेगा। जेड़ा व्यक्ति मन च धोखा रखता है, खुदा उहदे नाल चलेगा? नहीं चलेगा। खुदा उहदे नाल चल नहीं सकता। धोखा करने वाले इंसान ना चल नहीं सकता। परमेश्वर उन्ना चलेगा जिहड़ा दिल तो ईमानदार है, जिन्हें आप पूरी तरह दिल नूं परमेश्वर नूं दे दिता है, पूरी रीति नाल परमेश्वर दे नाल खराई दे नाल चल रहा है, परमेश्वर दे नाल चलेगा। बोलो आमीन, बोलो आमीन, बोलो आमीन। जे परमेश्वर तुहाडे नाल है
ਤਾਂ ਤੁਸੀਂ ਸੁਪਰਨੈਚੁਰਲ ਕੰਮ ਕਰ ਸਕਦੇ ਹੋ। ਸੁਪਰਨੈਚੁਰਲ ਕੰਮ ਕਰਨ ਦੇ ਲਈ ਤੁਹਾਨੂੰ ਅਲੌਕਿਕ ਜੀਵਨ ਦੇ ਵਿੱਚ ਆਉਣਾ ਪਏਗਾ। ਜਿਸ ਦਿਨ ਤੁਸੀਂ ਬਪਤਿਸਮਾ ਲਿਆ ਉਸੇ ਦਿਨ ਪਵਿੱਤਰ ਆਤਮਾ ਨੇ ਤੁਹਾਡੀ ਆਤਮਾ ਤੇ ਛਾਪ ਦਿੱਤੀ ਸੀ ਔਰ ਤੁਸੀਂ ਸਰੀਰਿਕ ਤੋਂ ਆਤਮਿਕ ਰੂਪ 'ਚ ਬਦਲ ਗਏ। ਲੇਕਿਨ ਤੁਸੀਂ ਉਸ ਆਤਮਿਕ ਰੂਪ 'ਚ ਜਦੋਂ ਬਦਲੇ, ਤੁਸੀਂ ਆਪਣੇ ਆਤਮਿਕ ਰੂਪ ਦੇ ਨਾਲ ਕੰਮ ਨਹੀਂ ਕੀਤਾ, ਆਤਮਿਕ ਰੂਪ ਨੂੰ ਬਣਾ ਕੇ ਨਹੀਂ ਰੱਖਿਆ, ਇਸ ਲਈ ਦੁਬਾਰਾ ਸਰੀਰ 'ਚ ਆ ਗਏ। ਕਈ ਲੋਕਾਂ ਨੇ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ, ਉਹਨਾਂ ਨੇ ਖੁਦਾ ਨੇ ਉਹਨਾਂ ਨੂੰ ਦਰਸ਼ਨ ਦਿਖਾਉਣੇ ਸ਼ੁਰੂ ਕੀਤੇ, ਫਿਰ ਉਹਨਾਂ ਨੇ ਸ਼ਰਾਬ ਪੀਣੀ ਸ਼ੁਰੂ ਕੀਤੀ, ਫਿਰ ਦਰਸ਼ਨ ਆਉਣੇ ਬੰਦ ਹੋ ਗਏ। ਹੁਣ ਉਹ ਚਾਹੁੰਦੇ ਹਨ ਫਿਰ ਦੁਬਾਰਾ ਖੁਦਾ ਦਿਖਾਏ। ਜਦੋਂ ਖੁਦਾ ਨੇ ਤੁਹਾਨੂੰ ਅਲੌਕਿਕਤਾ ਦੇ ਵਿੱਚ ਪ੍ਰਵੇਸ਼ ਕਰਾਇਆ, ਤੁਸੀਂ ਉਹਦੀ ਅਲੌਕਿਕਤਾ ਨੂੰ ਸਮਝਿਆ ਨਹੀਂ, ਨਸ਼ੇ 'ਚ ਡਿੱਗ ਗਏ। ਤੁਹਾਨੂੰ ਨਸ਼ਾ ਜ਼ਿਆਦਾ ਪਿਆਰਾ ਲੱਗਾ ਔਰ ਫਿਰ ਅਲੌਕਿਕਤਾ ਤੋਂ ਬਾਹਰ ਹੋ ਗਏ, ਸੁਪਰਨੈਚੁਰਲ ਤੋਂ ਬਾਹਰ ਹੋ ਗਏ ਔਰ ਸਰੀਰ 'ਚ ਆ ਗਏ। ਔਰ ਸਰੀਰ ਵਿੱਚ ਕੀ ਹੈ? ਝਗੜਾ, ਲੜਾਈ, ਵਿਰੋਧ, ਨਫ਼ਰਤ, ਈਰਖਾ, ਇਦਾਂ ਦੇ ਕੰਮ ਸਰੀਰ 'ਚ ਹਨ। ਜਿਹੜਾ ਵਿਅਕਤੀ ਸਰੀਰ 'ਚ ਹੈ ਉਹ ਸਰੀਰ 'ਚ ਰਹਿੰਦਾ ਹੋਇਆ ਜੈਲਸੀ ਨਾ ਕਰੇ, ਇਹ ਹੋ ਨਹੀਂ ਸਕਦਾ। ਜਿਹੜਾ ਵਿਅਕਤੀ ਸਰੀਰ 'ਚ ਹੈ ਉਹ ਸਰੀਰ 'ਚ ਰਹਿੰਦਾ ਹੋਇਆ ਗਾਲਾਂ ਨਾ ਕੱਢੇ ਜਾਂ ਨੁਕਸਾਨ ਨਾ ਕਰੇ ਕਿਸ ਦਾ, ਜਾਂ ਕਿਸੇ ਵਿਰੋਧ 'ਚ ਨਾ ਬੋਲੇ, ਇਹ ਹੋ ਨਹੀਂ ਸਕਦਾ। ਜਿਹੜਾ ਵਿਅਕਤੀ ਆਤਮਾ 'ਚ ਹੈ ਉਹ ਇਹਨਾਂ ਸਾਰੀਆਂ ਚੀਜ਼ਾਂ ਤੋਂ ਰਹਿਤ ਹੋ ਜਾਂਦਾ ਹੈ, ਇਹਨਾਂ ਸਾਰੀਆਂ ਚੀਜ਼ਾਂ ਤੋਂ ਆਜ਼ਾਦ ਹੋ ਜਾਂਦਾ ਹੈ। ਔਰ ਜਿਹੜਾ ਆਤਮਾ 'ਚ ਹੈ ਉਹਨਾਂ ਦਾ ਸਰੀਰ ਦੀਆਂ ਕੰਮਾਂ ਨਾਲ ਕੋਈ ਮਤਲਬ ਨਹੀਂ। ਇਸ ਲਈ ਬਾਈਬਲ 'ਚ ਲਿਖਿਆ, ਸਰੀਰਕ ਵਿਅਕਤੀ ਆਤਮਿਕ ਵਿਅਕਤੀ ਨੂੰ ਹਮੇਸ਼ਾ ਦੁੱਖ ਦਿੰਦਾ ਹੈ। ਜੇ ਤੁਹਾਡੇ ਘਰ ਵਿੱਚ ਦੋ ਬੰਦੇ ਹਨ, ਇੱਕ ਆਤਮਿਕ ਤੇ ਇੱਕ ਸਰੀਰਕ, ਤੇ ਆਤਮਿਕ ਵਿਅਕਤੀ ਵਿਚਾਰਾ ਦੁਖੀ ਰਹੇਗਾ, ਪਰ ਉਹਦਾ ਦੁੱਖ, ਉਹ ਅੱਗ ਦੀ ਭੱਠੀ 'ਚ ਰਹਿ ਕੇ, ਉਹਦਾ ਦੁੱਖ ਉਹਦੇ ਲਈ ਅੱਗ ਦੀ ਭੱਠੀ ਹੈ। ਪਰਮੇਸ਼ਵਰ ਨੇ ਉਹਦੇ ਅੱਗ ਦੀ ਭੱਠੀ ਬਣਾਈ ਉਹਦੇ ਘਰ ਦੇ ਅੰਦਰ, ਤਾਂ ਕਿ ਉਹਨੂੰ ਪੂਰੀ ਤਰ੍ਹਾਂ ਮੰਗਾ ਕੇ ਸਦਰਕ, ਮੇਸ਼ਕ, ਅਬਦਨੋ ਦੀ ਤਰ੍ਹਾਂ ਉਹਦੇ ਨਾਲ ਇੱਕ ਦਿਨ ਖੜਾ ਹੋ ਜਾਵੇ। ਤੁਹਾਡੀ ਅੱਗ ਦੀ ਭੱਠੀ ਇਸ ਲਈ ਮੰਗ ਰਹੀ ਹੈ ਕਿ ਪਰਮੇਸ਼ਵਰ ਤੁਹਾਨੂੰ ਪੂਰੀ ਤਰ੍ਹਾਂ ਸਾਫ਼ ਬਣਾ ਦੇਵੇ। ਨਸ਼ਾ, ਕ੍ਰੋਧ, ਵਿਰੋਧ ਤੁਹਾਡੇ ਜੀਵਨ 'ਚ ਜਲਾ ਕੇ ਭਸਮ ਕਰ ਦੇਵੇ, ਇਸ ਲਈ ਤੁਹਾਡੀ ਅੱਗ ਦੀ ਭੱਠੀ ਮੰਗ ਰਹੀ ਹੈ। ਕੋਈ ਪ੍ਰੋਬਲਮ ਨਹੀਂ, ਜੇ ਤੁਸੀਂ ਡਿੱਗ ਵੀ ਗਏ ਪਰਮੇਸ਼ਵਰ ਤੁਹਾਨੂੰ ਮਾਫ ਕਰੇਗਾ ਅੱਜ। ਕੋਈ ਪ੍ਰੋਬਲਮ ਨਹੀਂ, ਉਹ ਤੁਹਾਨੂੰ ਦੁਬਾਰਾ ਚੁੱਕ ਕੇ ਖੜਾ ਕਰੇਗਾ ਅੱਜ। ਉਹ ਤੁਹਾਨੂੰ ਦੁਬਾਰਾ ਨਹੀਂ ਸਾਮਰਥ ਦੇਗਾ ਅੱਜ। ਉਹ ਤੁਹਾਡਾ ਪੱਥਰ ਦਾ ਦਿਲ ਕੱਢ ਕੇ ਤੁਹਾਨੂੰ ਮਾਸ ਦਾ ਦਿਲ ਦੇਗਾ, ਤਾਂ ਕਿ ਤੁਸੀਂ ਦੁਬਾਰਾ ਪਰਮੇਸ਼ਵਰ ਦੇ ਨਾਲ ਖੜੇ ਹੋ ਜਾਓ, ਤੁਸੀਂ ਦੁਬਾਰਾ ਪਰਮੇਸ਼ਵਰ ਦੇ ਨਾਲ ਚੱਲਣ ਲੱਗੋ। ਪਰਮੇਸ਼ਵਰ ਤੁਹਾਨੂੰ ਦੁਬਾਰਾ ਉਹਨਾਂ ਸੁਪਨਿਆਂ 'ਚ ਲੈ ਜਾਵੇ, ਪਰਮੇਸ਼ਵਰ ਤੁਹਾਨੂੰ ਦੁਬਾਰਾ ਉਹਨਾਂ ਸਾਮਰਥ ਦੇ ਅੰਦਰ ਲੈ ਜਾਵੇ, ਪਰਮੇਸ਼ਵਰ ਤੁਹਾਨੂੰ ਦੁਬਾਰਾ ਸਾਮਰਥ ਦੇਵੇ, ਪਰਮੇਸ਼ਵਰ ਤੁਹਾਨੂੰ ਦੁਬਾਰਾ ਸ਼ਕਤੀ ਦੇਵੇ, ਪਰਮੇਸ਼ਵਰ ਤੁਹਾਨੂੰ ਦੁਬਾਰਾ ਅਕਲ ਦੇਵੇ, ਤਾਂ ਕਿ ਤੁਸੀਂ ਪਰਮੇਸ਼ਵਰ ਦੇ ਨਾਲ ਚੱਲ ਸਕੋ, ਪਰਮੇਸ਼ਵਰ ਦੇ ਕੰਮਾਂ ਨੂੰ ਕਰ ਸਕੋ, ਔਰ ਤੁਹਾਡੇ ਵਿਸ਼ਵਾਸ ਨੂੰ ਦੁਬਾਰਾ ਮਜ਼ਬੂਤ ਕਰੇਗਾ ਅੱਜ। ਬੋਲੋ ਆਮੈਨ, ਬੋਲੋ ਆਮੈਨ। ਨੋ ਪ੍ਰੋਬਲਮ ਜੇ ਤੁਸੀਂ ਡਿੱਗ ਵੀ ਗਏ। ਬਾਈਬਲ 'ਚ ਲਿਖਿਆ, ਜੇ ਧਰਮੀ 7 ਵਾਰ ਡਿੱਗ ਜਾਵੇ, ਧਰਮੀ ਉਹ ਆਪਣੇ ਆਪ ਉੱਠ ਕੇ ਖੜਾ ਹੋ ਜਾਂਦਾ ਹੈ। ਆਪਣੇ ਆਪ ਪਰਮੇਸ਼ਵਰ ਨੂੰ ਸਾਮਰਥ ਦਿੰਦਾ ਹੈ, ਉਹ ਆਪਣੇ ਆਪ ਉੱਠ ਕੇ ਖੜਾ ਹੋ ਜਾਏਗਾ ਜੇ ਧਰਮੀ 7 ਵਾਰ ਡਿਗੇ, ਕਿਉਂਕਿ ਪਰਮੇਸ਼ਵਰ ਸਾਡਾ ਧਰਮੀ ਹੈ ਔਰ ਉਹ ਧਰਮੀਆਂ ਨੂੰ ਵੀ ਡਿੱਗਣ ਨਹੀਂ ਦਿੰਦਾ। ਜੇ ਧਰਮੀ ਡਿੱਗ ਵੀ ਜਾਵੇ, ਪਰਮੇਸ਼ਵਰ ਨੂੰ ਇੰਨੀ ਸਾਮਰਥ ਦਿੱਤੀ ਹੈ ਕਿ ਉੱਠ ਕੇ ਦੁਬਾਰਾ ਪਰਮੇਸ਼ਵਰ ਨਾਲ ਚੱਲ ਸਕੇ। ਹਾਲੇਲੂਇਆ। ਪਤਰਸ ਨੇ ਪ੍ਰਭੂ ਯੀਸ਼ੂ ਮਸੀਹ ਨੂੰ ਪੁੱਛਿਆ, ਕਹਿੰਦਾ ਪ੍ਰਭੂ ਮੈਨੂੰ ਦੱਸ ਮੈਂ ਆਪਣੇ ਭਰਾ ਨੂੰ ਕਿੰਨੀ ਵਾਰ ਮਾਫ ਕਰਾਂ? ਪ੍ਰਭੂ ਯੀਸ਼ੂ ਮਸੀਹ ਨੇ ਕਿਹਾ 7 ਦੇ 70 ਗੁਣਾ। ਇਹਦਾ ਮਤਲਬ ਕੀ? ਪ੍ਰਭੂ ਯੀਸ਼ੂ ਮਸੀਹ ਨੇ ਕਿਹਾ ਜੋ ਤੇਰਾ ਭਰਾ ਵਿਰੋਧ ਕਰਦਾ ਉਹਨੂੰ ਮਾਫ ਕਰੀ ਜਾ, ਉਹਨੂੰ ਮਾਫ ਕਰੀ ਜਾ, ਉਹਨੂੰ ਮਾਫ ਕਰੀ ਜਾ, ਜਦ ਤੱਕ ਤੈਨੂੰ ਮਾਫੀ ਦੀ ਆਦਤ ਨਹੀਂ ਪੈ ਜਾਂਦੀ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਇਸ ਲਈ ਤੁਹਾਡਾ ਜਿਹੜਾ ਮਾਈਂਡ ਸੈਟ ਹੈ, ਜਿਹੜਾ ਤੁਹਾਡਾ ਮਾਈਂਡ ਸੈਟ ਹੈ, ਜਿਹੜਾ ਤੁਹਾਡਾ ਦਿਮਾਗ ਹੈ, ਜਿਹੜੀ ਤੁਹਾਡੀ ਸੋਚ ਹੈ, ਉਹ ਸੁਪਰਨੈਚੁਰਲ ਹੋਣੀ ਚਾਹੀਦੀ ਹੈ। ਤੁਹਾਡਾ ਮਾਈਂਡ ਸੈਟ ਚੇਂਜ ਹੋਣਾ ਚਾਹੀਦਾ ਹੈ। ਅਗਰ ਤੁਹਾਡਾ ਮਾਈਂਡ ਸੈਟ ਚੇਂਜ ਹੋ ਗਿਆ, ਤੁਸੀਂ ਪਰਮੇਸ਼ਵਰ ਦੇ ਨਾਲ ਅਲੌਕਿਕ ਕੰਮ ਕਰ ਸਕਦੇ ਹੋ। ਬੋਲੋ ਆਮੈਨ। ਦੂਸਰੀ ਗੱਲ, ਜਿਹਨੂੰ ਪਰਮੇਸ਼ਵਰ ਚੁਣਦਾ ਹੈ, ਪਰਮੇਸ਼ਵਰ ਉਹਦੇ ਦੁਆਰਾ ਹੀ ਅਲੌਕਿਕ ਕੰਮ ਕਰਦਾ ਹੈ। ਇਸ ਲਈ ਤੁਸੀਂ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰੋ, ਪਰਮੇਸ਼ਵਰ ਤੂੰ ਮੈਨੂੰ ਚੁਣ ਲੈ, ਪਰਮੇਸ਼ਵਰ ਤੂੰ ਮੈਨੂੰ। ਅਗਰ ਪਰਮੇਸ਼ਵਰ ਨੇ ਤੁਹਾਨੂੰ ਚੁਣ ਲਿਆ, ਫਿਰ ਉਹ ਤੁਹਾਡੇ ਦੁਆਰਾ ਜ਼ਰੂਰ ਕੰਮ ਕਰੇਗਾ। ਬੋਲੋ ਆਮੈਨ, ਬੋਲੋ ਆਮੈਨ। ਤੁਸੀਂ ਦੇਖੋ ਬਹੁਤ ਸਾਰੇ ਲੋਕ ਪੇਪਰ ਦਿੰਦੇ ਹਨ ਇੰਸਪੈਕਟਰ ਬਣਨ ਦੇ। ਜਿਹੜਾ ਵਿਅਕਤੀ ਇੰਸਪੈਕਟਰ ਬਣ ਜਾਂਦਾ, ਉਹਦੇ 3 ਸਟਾਰ ਲੱਗ ਜਾਂਦੇ, ਉਹਨੂੰ ਇੱਕ ਅਧਿਕਾਰ ਮਿਲਦਾ ਹੈ।
ਜਿਸ ਤਰ੍ਹਾਂ ਸਰੀਰ ਵਿੱਚ ਅਧਿਕਾਰ ਹਨ, ਉਸੇ ਤਰ੍ਹਾਂ ਆਤਮਾ ਵਿੱਚ ਵੀ ਅਧਿਕਾਰ ਹਨ। ਆਤਮਾ ਵਿੱਚ ਵੀ ਅਧਿਕਾਰ ਮਿਲਦੇ ਹਨ, ਲੇਕਿਨ ਆਤਮਿਕ ਅਧਿਕਾਰਾਂ ਨੂੰ ਕੋਈ ਵੇਲੇ ਉਹੀ ਲੋਕ ਜਾਣਦੇ ਹਨ ਜਿਹੜੇ ਆਤਮਾ 'ਚ ਚੱਲਦੇ ਹਨ। ਸਰੀਰ ਦੇ ਅਧਿਕਾਰਾਂ ਨੂੰ ਉਹ ਲੋਕ ਜਾਣਦੇ ਹਨ ਜਿਹੜੇ ਸਰੀਰ ਦੇ ਅਨੁਸਾਰ ਚੱਲਦੇ ਹਨ। ਅਗਰ ਤੁਸੀਂ ਆਤਮਾ 'ਚ ਹੋ ਤਾਂ ਤੁਹਾਨੂੰ ਪਤਾ ਹੋਏਗਾ ਕਿ ਜਿਹੜਾ ਪਰਮੇਸ਼ਵਰ ਨੇ ਚਰਵਾਹਾ ਠਹਿਰਾਇਆ ਹੈ ਉਹਦੇ ਕੋਲ ਕਿੱਡਾ ਆਤਮਿਕ ਅਧਿਕਾਰ ਹੈ, ਉਹਦਾ ਆਤਮਿਕ ਖੇਤਰ ਕਿੱਡਾ ਹੈ। ਅਗਰ ਉਹਦਾ ਆਤਮਿਕ ਖੇਤਰ ਵੱਡਾ ਹੈ, ਉਹਦੇ ਕੋਲ ਅਧਿਕਾਰ ਹਨ, ਤੇ ਦੁਸ਼ਟ ਆਤਮਾ ਵੀ ਉਹਦਾ ਕਹਿਣਾ ਮੰਨਣਗੀਆਂ। ਜਦੋਂ ਚੇਲਿਆਂ ਨੂੰ ਪ੍ਰਭੂ ਯੀਸ਼ੂ ਮਸੀਹ ਨੇ ਸਾਮਰ ਦਿੱਤੀ, ਚੇਲਿਆਂ ਨੂੰ ਪ੍ਰਭੂ ਯੀਸ਼ੂ ਮਸੀਹ ਨੇ ਪ੍ਰਾਰਥਨਾ ਕੀਤੀ, ਪ੍ਰਭੂ ਯੀਸ਼ੂ ਮਸੀਹ ਨੇ ਚੇਲਿਆਂ ਤੇ ਪ੍ਰਾਰਥਨਾ ਕੀਤੀ, ਚੇਲੇ ਗਏ, ਚੇਲੇ ਹੱਸਦੇ ਹੋਏ ਨੱਚਦੇ ਹੋਏ ਵਾਪਸ ਆਏ। ਪ੍ਰਭੂ ਯੀਸ਼ੂ ਮਸੀਹ ਨੇ ਪੁੱਛਿਆ, ਹਾਂਜੀ ਕੀ? ਕਹਿੰਦਾ, ਪ੍ਰਭੂ ਦੁਸ਼ਟ ਆਤਮਾ ਵੀ ਸਾਡੇ ਵਸ਼ ਵਿੱਚ ਹਨ। ਪ੍ਰਭੂ ਨੇ ਕਿਹਾ, ਇਸ ਗੱਲ ਤੋਂ ਆਨੰਦ ਨਾ ਮਨਾਓ ਕਿ ਦੁਸ਼ਟ ਆਤਮਾ ਤੁਹਾਡੇ ਵਸ ਵਿੱਚ ਹਨ, ਇਸ ਗੱਲ ਲਈ ਆਨੰਦ ਮਨਾਓ ਕਿ ਤੁਹਾਡੇ ਨਾਮ ਸਵਰਗ ਵਿੱਚ ਲਿਖੇ ਗਏ ਹਨ, ਤੁਹਾਡੇ ਨਾਮ ਜੀਵਨ ਦੀ ਪੁਸਤਕ ਵਿੱਚ ਲਿਖੇ ਗਏ ਹਨ। ਇਸ ਗੱਲ ਲਈ ਆਨੰਦ ਮਨਾਓ ਕਿ ਤੁਹਾਡਾ ਨਾਮ ਜੀਵਨ ਦੀ ਪੁਸਤਕ ਵਿੱਚ ਲਿਖਿਆ ਹੈ, ਔਰ ਪਰਮੇਸ਼ਰ ਨੇ ਕਿਹਾ, ਮੈਂ ਕਿਸੇ ਰੀਤੀ ਨਾਲ ਵੀ ਤੁਹਾਡੇ ਨਾਮ ਨੂੰ ਨਹੀਂ ਕੱਟਾਂਗਾ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਇਸ ਲਈ ਜੇ ਤੁਸੀਂ ਆਤਮਾ 'ਚ ਹੋ ਤਾਂ ਤੁਸੀਂ ਆਤਮਾ 'ਚ ਚੱਲਣਾ ਹੈ। ਜੇ ਤੁਸੀਂ ਆਤਮਾ 'ਚ ਚੱਲੋਗੇ ਤੁਸੀਂ ਸੁਪਰਨੈਚੁਰਲ ਕੰਮ ਕਰੋਗੇ। ਆਮੇਨ, ਆਮੇਨ, ਆਮੇਨ। ਪ੍ਰਭੂ ਯੀਸ਼ੂ ਮਸੀਹ ਨੇ ਚੇਲਿਆਂ ਨੂੰ ਕਿਹਾ ਕਿ ਤੁਸੀਂ ਲੋਕਾਂ ਨੂੰ ਖਾਣਾ ਖਿਲਾਓ। ਚੇਲੇ ਕਹਿੰਦੇ, ਖਾਣਾ ਕਿੱਥੋਂ ਲੈ ਕੇ ਆਈਏ? ਪ੍ਰਭੂ ਯੀਸ਼ੂ ਮਸੀਹ ਨੇ ਕਿਹਾ, ਤੁਹਾਡੇ ਕੋਲ ਕੀ ਹੈ? ਉਹਨੇ ਕਿਹਾ, 5 ਰੋਟੀਆਂ 2 ਮੱਛੀਆਂ। ਪ੍ਰਭੂ ਯੀਸ਼ੂ ਮਸੀਹ ਨੇ ਕਿਹਾ, ਮੇਰੇ ਕੋਲ ਲੈ ਕੇ ਆਓ। ਪ੍ਰਭੂ ਯੀਸ਼ੂ ਮਸੀਹ ਅਲੌਕਿਕ ਸਨ, ਅਲੌਕਿਕ ਸਨ ਪ੍ਰਭੂ ਯੀਸ਼ੂ ਮਸੀਹ। ਪ੍ਰਭੂ ਯੀਸ਼ੂ ਮਸੀਹ ਨੇ 5 ਰੋਟੀਆਂ ਲਈਆਂ, 5000 ਨੂੰ ਵੰਡ ਦਿੱਤੀਆਂ। 5 ਰੋਟੀਆਂ ਨੂੰ 5000 ਲੋਕਾਂ 'ਚ ਵੰਡ ਦਿੱਤਾ, 2 ਮੱਛੀਆਂ ਨੂੰ 5000 ਵਿੱਚ ਵੰਡ ਦਿੱਤਾ, 12 ਟੋਕਰੇ ਭਰ ਕੇ ਉਠਾਏ। ਤੁਹਾਨੂੰ ਇਸ ਗੱਲ ਤੋਂ ਸਮਝ ਆਉਣੀ ਚਾਹੀਦੀ ਹੈ, ਉਸ ਪਰਮੇਸ਼ਵਰ ਨੂੰ ਤੁਸੀਂ ਮੰਨਦੇ ਹੋ ਜਿਹੜਾ ਤੁਹਾਡੀ ਕਿਚਨ ਤੇ ਇੱਕ ਵਾਰੀ ਬਰਕਤ ਦੇ ਦੇਵੇ, ਤੁਹਾਡੀ ਕਿਚਨ ਦੇ ਵਿੱਚੋਂ ਬਰਕਤ ਖਤਮ ਨਹੀਂ ਹੁੰਦੀ। ਉਹਨੇ ਆਪਣੇ ਦਾਸ ਏਲੀਆ ਨੂੰ ਭੇਜਿਆ, ਜਾ ਸਾਰਪਤ ਨਗਰ ਦੀ ਵਿਧਵਾ ਦੇ ਘਰ, ਔਰ ਏਲੀਆ ਨੇ ਕਿਹਾ, ਜਾ ਇੱਕ ਟੁਕੜਾ ਰੋਟੀ ਦਾ ਮੇਰੇ ਲਈ ਬਣਾ ਕੇ ਲਿਆ। ਔਰ ਏਲੀਆ ਨੇ ਕਿਹਾ, ਅੱਜ ਤੋਂ ਬਾਅਦ ਨਾ ਤੇਰੇ ਘਰ ਚੋਂ ਆਟਾ ਮੁੱਕੇਗਾ, ਨਾ ਤੇਰੀ ਕੁੱਪੀ ਚੋਂ ਤੇਲ ਮੁੱਕੇਗਾ। 3.5 ਸਾਲ ਤੱਕ ਨਾ ਉਹਦੇ ਘਰ ਵਿੱਚੋਂ ਆਟਾ ਮੁੱਕਿਆ, ਨਾ ਕੁੱਪੀ ਚੋਂ ਤੇਲ ਮੁੱਕਿਆ। ਤੁਸੀਂ ਉਸ ਪਰਮੇਸ਼ਰ ਨੂੰ ਮੰਨਦੇ ਹੋ ਜਿਹੜਾ ਅਲੌਕਿਕ ਕੰਮ ਕਰਨ ਦੀ ਸਾਮਰਥ ਰੱਖਦਾ ਹੈ, ਔਰ ਜਿਹੜਾ ਤੁਹਾਡੇ ਪੀਪੇ ਦੇ ਵਿੱਚ ਆਟਾ ਵੀ ਵਧਾਉਣ ਦੀ, ਔਰ ਜਿਹੜਾ ਤੁਹਾਡੇ ਘਰ ਦੇ ਅੰਦਰ ਹਰ ਇੱਕ ਚੀਜ਼ ਨੂੰ ਵਧਾਉਣ ਦੀ ਸਾਮਰਥ ਰੱਖਦਾ ਹੈ। ਤੁਸੀਂ ਉਸ ਪਰਮੇਸ਼ਰ ਨੂੰ ਮੰਨਦੇ ਹੋ, ਕੋਈ ਮੁਰਦਾ ਪਰਮੇਸ਼ਰ ਨਹੀਂ ਜਿਹੜਾ ਮੜੀ ਵਿੱਚ ਪਿਆ, ਜਿਹੜੀਆਂ ਆਪਣੀਆਂ ਹੱਡੀਆਂ ਸੜ ਗਈਆਂ, ਜਿਹਦੇ ਪਿੱਛੇ ਦੁਸ਼ਟ ਆਤਮਾ ਕੰਮ ਕਰਦਾ ਹੈ। ਤੁਸੀਂ ਉਹਨੂੰ ਨਹੀਂ, ਤੁਸੀਂ ਜ਼ਿੰਦਾ ਖੁਦਾਵੰਦ ਨੂੰ ਮੰਨਦੇ ਹੋ ਜਿਹੜਾ ਆਵਾਜ਼ ਲਗਾ ਕੇ ਸੂਰਜ ਨੂੰ ਕਹਿੰਦਾ ਹੈ ਕਿ ਡਿਸਪਲਿਨ ਦੇ ਵਿੱਚ ਨਿਕਲ। ਔਰ ਸੂਰਜ, ਚੰਦਰਮਾ ਤੇ ਤਾਰੇ ਵੀ ਉਹਦੀ ਆਗਿਆ ਨੂੰ ਅੱਜ ਤੱਕ ਮੰਨਦੇ ਹਨ। ਆਕਾਸ਼ ਵੀ ਉਹਦੀ ਆਗਿਆ ਨੂੰ ਮੰਨਦਾ ਹੈ, ਸ੍ਰਿਸ਼ਟੀ ਵੀ ਉਹਦੀ ਆਗਿਆ ਨੂੰ ਮੰਨਦੀ ਹੈ, ਹਵਾ ਵੀ ਉਹਦੀ ਆਗਿਆ ਨੂੰ ਮੰਨਦੀ ਹੈ, ਪਾਣੀ ਵੀ ਉਹਦੀ ਆਗਿਆ ਨੂੰ ਮੰਨਦਾ ਹੈ। ਸਮੁੰਦਰ ਆਪਣੀ ਸੀਮਾ ਨੂੰ ਨਹੀਂ ਲੰਘਦਾ ਕਿਉਂਕਿ ਉਹ ਪਰਮੇਸ਼ਵਰ ਦੀ ਆਗਿਆ ਨੂੰ ਮੰਨਦਾ ਹੈ। ਕੇਵਲ ਮਨੁੱਖ ਹੀ ਹੈ ਜਿਹੜਾ ਉਹਦੀ ਆਗਿਆ ਨੂੰ ਬਾਰ-ਬਾਰ ਤੋੜਦਾ ਹੈ, ਕੇਵਲ ਮਨੁੱਖ। ਸਮੁੰਦਰ ਆਪਣੀ ਸੀਮਾ, ਸਮੁੰਦਰ ਦੀ ਉਹਨੇ ਸੀਮਾ ਠਹਿਰਾਈ ਹੈ, ਸਮੁੰਦਰ ਆਪਣੀ ਸੀਮਾ ਨਹੀਂ ਪਾਰ ਕਰਦਾ। ਸੂਰਜ ਰਾਤ ਨੂੰ ਨਹੀਂ ਨਿਕਲਦਾ, ਚੰਦਰਮਾ ਦਿਨ ਨੂੰ ਨਹੀਂ ਨਿਕਲਦਾ, ਤਾਰੇ ਦਿਨ ਨੂੰ ਨਹੀਂ ਨਿਕਲਦੇ। ਹਰ ਇੱਕ ਕਾਇਨਾਤ ਉਹਦੀ ਆਗਿਆ ਦੇ ਅੰਦਰ ਰਹਿੰਦੀ ਹੈ। ਜੇ ਤੁਸੀਂ ਉਹਦੀ ਆਗਿਆ 'ਚ ਆ ਜਾਓ, ਤੁਸੀਂ ਸੁਪਰਨੈਚੁਰਲ ਬੀਇੰਗ ਬਣ ਜਾਓਗੇ। ਬੋਲੋ ਆਮੇਨ, ਬੋਲੋ ਆਮੇਨ, ਬੋਲੋ ਆਮੇਨ। ਹਾਲੇਲੂਇਆ, ਹਾਲੇਲੂਇਆ। ਇਸ ਲਈ ਪਵਿੱਤਰ ਆਤਮਾ ਵੀ ਸਾਡੇ ਅੰਦਰ ਪ੍ਰਾਰਥਨਾ ਕਰਦਾ ਹੈ, ਅਸੀਂ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਪ੍ਰਾਰਥਨਾ ਕਰੀਏ। ਜੇ ਤੁਸੀਂ ਅਨਿਆ ਭਾਸ਼ਾ 'ਚ ਪ੍ਰਾਰਥਨਾ ਕਰੋਗੇ, ਤੁਸੀਂ ਆਤਮਾ 'ਚ ਪ੍ਰਾਰਥਨਾ ਕਰੋਗੇ। ਜਦੋਂ ਤੁਸੀਂ ਅਨਿਆ ਭਾਸ਼ਾ 'ਚ ਪ੍ਰਾਰਥਨਾ ਕਰੋਗੇ, ਤੁਹਾਡੀ ਬੁੱਧੀ ਕੰਮ ਨਹੀਂ ਕਰਦੀ, ਤੁਹਾਡੀ ਬੁੱਧੀ ਕੰਮ ਨਹੀਂ ਕਰਦੀ, ਤੁਹਾਡੀ ਆਤਮਾ ਔਰ ਤੁਹਾਡਾ ਆਤਮਾ ਤੇ ਪਵਿੱਤਰ ਆਤਮਾ ਇੱਕ ਹੋ ਜਾਂਦੇ ਹਨ ਜਦੋਂ ਤੁਸੀਂ ਅਨਿਆ ਭਾਸ਼ਾ 'ਚ ਪ੍ਰਾਰਥਨਾ ਕਰਦੇ ਹੋ। ਅਨਿਆ ਭਾਸ਼ਾ ਪਹਿਲਾ ਵਰਦਾਨ ਹੈ ਔਰ ਇਹ ਬਾਕੀ ਵਰਦਾਨਾਂ ਨੂੰ ਲੈ ਕੇ ਆਉਂਦਾ ਹੈ। ਜੇ ਤੁਸੀਂ ਅਨਿਆ ਭਾਸ਼ਾ 'ਚ ਪ੍ਰਾਰਥਨਾ ਕਰਦੇ ਹੋ
ਹੌਲੀ ਹੌਲੀ ਤੁਸੀਂ ਆਤਮਾ 'ਚ ਚਲੇ ਜਾਓਗੇ, अन्य ਭਾਸ਼ਾ ਦੇ ਵਿੱਚ ਰਹਿੰਦੇ ਹੋਏ ਪਰਮੇਸ਼ਵਰ ਤੁਹਾਨੂੰ ਅਲੌਕਿਕ ਗੱਲਾਂ ਦੱਸੇਗਾ। ਲੇਕਿਨ ਕਰਨਾ ਤੁਸੀਂ ਹੈ। जब तक तुसी स्टैप आउट नहीं करते, जब तक तुसी काम नहीं शुरू करते, जब तक तुसी परमेश्वर के राज लिए नहीं करते, तुसी आत्मा विच नहीं आ सकते, अलौकिक जीवन में प्रवेश नहीं कर सकते। तुसी जे नॉर्मल जीवन च रहोगे तो नॉर्मल जीवन दे विच समस्यावां हैं। जे तुसी आत्मिक जीवन च आ गए, आत्मिक जीवन च कोई समस्या नहीं, आत्मिक जीवन च सब कुछ खुला पिया है। हालेलुया, हालेलुया। आत्मिक जीवन दे विच भी जित के लड़ के जितना पैंदा है। बाइबल च लिखिया जे तुसी स्वर्ग विच भी प्रवेश करना तो बलपूर्वक प्रवेश करना पएगा। स्वर्ग के अंदर भी, स्वर्ग दे विच भी तुसी आराम नाल नहीं जा सकते। जे घोड़े बेच के सुते रहो तो स्वर्ग विच नहीं जा सकते। बपतिस्मा ले लिया, एक रूम लिया, एसी लाया, सौ गए, स्वर्ग च नहीं जा सकते। तुहानू प्रार्थना करनी पएगी, ਤੁਹਾਨੂੰ ਆਪਣੇ ਸਤਰ ਲੈਵਲ ਨੂੰ ਵਧਾਉਣਾ ਪਏਗਾ, ਤੁਹਾਨੂੰ ਪਰਮੇਸ਼ਵਰ ਦੇ ਨਾਲ ਚੱਲਣਾ ਪਏਗਾ, ਤੁਹਾਨੂੰ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਨਾ ਪਏਗਾ, ਤੁਹਾਨੂੰ ਪਰਮੇਸ਼ਵਰ ਦੇ ਕੰਮਾਂ ਨੂੰ ਕਰਨਾ ਪਏਗਾ, ਤੁਹਾਨੂੰ ਉਹਨਾਂ ਰੂਹਾਂ ਨੂੰ ਬਚਾਉਣਾ ਪਏਗਾ ਜਿਹੜੀਆਂ ਰੂਹਾਂ ਸੰਸਾਰ ਵਿੱਚ ਨਾਸ਼ ਹੋ ਰਹੀਆਂ ਹਨ। ਉਹਨਾਂ ਦੇ ਲਈ ਤੁਹਾਡੇ ਅੰਦਰ ਬੋਝ ਆਏਗਾ, ਉਹਨਾਂ ਦੇ ਲਈ ਤੁਹਾਡੇ ਮਨ ਵਿੱਚ ਬੋਝ ਆਏਗਾ। ਜਿਹੜੇ ਲੋਕ ਸੰਸਾਰ ਵਿੱਚ ਗਵਾਚੇ ਪਏ ਹਨ, ਉਹਨਾਂ ਲਈ ਤੁਹਾਡੇ ਮਨ ਵਿੱਚ ਬੋਝ ਆਏਗਾ। ਜੇ ਤੁਹਾਡੇ ਮਨ ਵਿੱਚ ਬੋਝ ਨਹੀਂ ਹੈ ਤਾਂ ਤੁਸੀਂ ਸੰਸਾਰਿਕ ਹੋ। ਜੇ ਤੁਹਾਡੇ ਮਨ ਵਿੱਚ ਬੋਝ ਹੈ ਤਾਂ ਤੁਸੀਂ ਆਤਮਿਕ ਹੋ, ਕਿਉਂਕਿ ਆਤਮਿਕ ਵਿਅਕਤੀ ਹੀ ਦੂਜੇ ਵਿਅਕਤੀ ਦਾ ਬੋਝ ਚੁੱਕ ਸਕਦਾ ਹੈ। ਸੰਸਾਰਿਕ ਵਿਅਕਤੀ ਦੂਜੇ ਦਾ ਬੋਝ ਨਹੀਂ ਚੁੱਕ ਸਕਦਾ। ਤੁਸੀਂ ਆਪਣੇ ਘਰ ਦਾ ਬੋਝ ਨਹੀਂ ਚੱਕ ਸਕਦੇ ਤਾਂ ਨਾਲ ਦੇ ਗੁਆਂਢੀ ਦਾ ਬੋਝ ਕਿੱਥੋਂ ਚੱਕੋਗੇ? ਲੇਕਿਨ ਜੇ ਤੁਸੀਂ ਆਤਮਾ ਚ ਆ ਗਏ ਤਾਂ ਤੁਸੀਂ ਪੂਰੇ ਮੁਹੱਲੇ ਦਾ ਬੋਝ ਚੱਕ ਸਕਦੇ ਹੋ। हालेलुया। इसलिए परमेश्वर ने बाइबल लिखा उन्हें जगत नाल इन्ना प्यार किया, उन्हें अपना इकलौता पुत्र दे दिता। बाइबल लिखा जिहड़ा उत्ते विश्वास करे वो नाश ना होवे बल्कि अनंत जीवन नूं पाए। उन्हें पूरे संसार दे बोझ नूं चक लिया। उन्हें किसी धर्म दे किसी कौम दे बोझ नूं नहीं चकिया। एक धर्म बनाउण लई, एक कौम बनाउण लई उन्हें बोझ नहीं चकिया। उन्हें पूरे संसार दे लोकां दा बोझ चक लिया। चाहे वो यहूदी है, चाहे वो जनानी है, चाहे वो सामरी है, चाहे वो कोई भी व्यक्ति है, उन्हें सारे संसार दे लोकां दा बोझ चक लिया, क्योंकि वो आत्मिक रीति दे विच सी और उन्हें परमेश्वर दे लई सारे संसार दा बोझ चक लिया। और वो कलवी क्रॉस दे उत्ते मारिया गया। ਉਹਦੇ ਹੱਥਾਂ ਵਿੱਚ ਕਿਲ ਠੋਕ ਦਿੱਤੇ ਗਏ, ਉਹਦੇ ਪੈਰਾਂ ਵਿੱਚ ਕਿਲ ਠੋਕ ਦਿੱਤੇ ਗਏ, ਉਹਦੇ ਸਿਰ ਤੇ ਕੰਡਾ ਤਾਜ ਪਾਇਆ ਗਿਆ, ਉਹਦੀ ਪਸਲੀ ਚ ਨੇਜਾ ਮਾਰਿਆ ਗਿਆ, ਉਹਦੇ ਮੂੰਹ ਤੇ ਥੁੱਕਿਆ ਗਿਆ, ਉਹਦੀ ਦਾੜੀ ਪੱਟੀ ਗਈ, ਉਹਦੇ ਸਰੀਰ ਦਾ ਮਾਸ ਨਿਚੋੜ ਦਿੱਤਾ ਗਿਆ, ਮਾਸ ਉਹਦੇ ਸਰੀਰ ਦੀ ਬੋਟੀ ਕਰ ਦਿੱਤੀ ਗਈ, ਉਹਦੇ ਸਰੀਰ ਚੋਂ ਲਹੂ ਬਹਿ ਗਿਆ, ਇੱਕ ਵੀ ਕਤਰਾ ਉਹਦੇ ਸਰੀਰ ਚ ਨਹੀਂ ਰਿਹਾ। ਉਹਨੇ ਕਿਸ ਲਈ ਕੀਤਾ? ਉਹਨੇ ਪੂਰੇ ਸੰਸਾਰ ਦੇ ਪਾਪਾਂ ਦੇ ਬੋਝ ਨੂੰ ਆਪਣੇ ਪਰ ਚੱਕ ਲਿਆ और अपनी देह ਨੂੰ ਤੋੜ ਦਿੱਤਾ। और यीशु मसीह ने कहा मेरी देह वास्तव विच खाण दी वस्तु है, मेरा लहू वास्तव विच पीण दी वस्तु है। उन्हें कहा ही नहीं, उन्हें करके दिखाया। उन्हें कहा ही नहीं, उन्हें करके दिखाया। और जो उन्हें करके दिखाया, जे तुसी उहदे बदन ते लहू नूं ग्रहण करोगे, तुसी सुपरनैचुरल दे विच एंटर करोगे, तुसी अलौकिक जीवन दे विच एंटर करोगे। बस तुसी अपने आप नूं संसार तो वखरे करना है। तुहाडा इन्ना ही काम है। तुसी अपने आप नूं संसार चों वखरे करना है, संसार चों अलग करना है। और तुसी परमेश्वर दे नाल चलोगे, परमेश्वर दी सामर्थ तुहाडे ते उतरेगी, परमेश्वर दी अग तुहाडे उतरेगी और तुसी परिवर्तित हो जाओगे और नवे मनुख बन जाओगे। बोलो आमीन, बोलो आमीन। जदों शद्रक मेशक अबदनगो अग चों बाहर आए, राजा उन्हां नूं फड़ के सुंघदा है, राजा उन्होंने बाल छूंदा है। इन्होंने बाल तो नहीं जले, राजा उन्होंने छूंदा, उन्होंने हाथ तो नहीं जले, उन्होंने कपड़े तो नहीं जले। जो राजे ने आगे हथ पाया, उसका हाथ जल गया। परमेश्वर हर एक चीज नूं जिहड़ी तुहाडे विरोध विच खड़ी है, तुहाडे जीवन चों अज उखाड़ के साइड ते कर देवेगा। यीशु मसीह दे नाम विच उखाड़ देवेगा उस चीज नूं, उखाड़ देवेगा उस सामर्थ नूं जिहड़ी शैतानी सामर्थ है आज तुहाडे जीवन चों उखाड़ दित्ती है यीशु मसीह दे नाम विच। अपने पैरां ते खड़े हो जाओ, अपने हत्थां नूं उठाओ, परमेश्वर नूं कहो परमेश्वर अज मेरे नाल अद्भुत काम कर, परमेश्वर अज मेरे उत्ते दया कर, अज मेरे उत्ते करुणा कर, अज मैनूं छू लै परमेश्वर, मेरे बंधनां नूं तोड़ दे, मैनूं रिहाई दे परमेश्वर, मैनूं छू लै परमेश्वर। अपने हत्थां नूं उठाओ, परमेश्वर नूं कहो परमेश्वर अज मेरे उत्ते दया कर, मेरे पापां नूं, मेरे गुनाहां नूं अज तूं मिटा दे। परमेश्वर मैं शरीर में नहीं चलना चाहता, मैं आत्मा में चलना चाहता हाँ, मैं आत्मा में चलना चाहती हाँ। आज मेरे जीवन नूं बदल दे, मेरिया सोचां नूं, मेरी सोचां नूं बदल दे परमेश्वर, मेरे जीवन नूं बदल दे, आज मेरे मन नूं बदल दे,
मेरे मेरे मन ਨੂੰ ਬਦਲ ਦੇ ਪਰਮੇਸ਼ਵਰ, ਮੇਰੀਆਂ ਸੋਚਾਂ ਨੂੰ ਬਦਲ ਦੇ ਪਰਮੇਸ਼ਵਰ, ਮੇਰੀ ਲਾਈਫ ਨੂੰ ਬਦਲ ਦੇ ਪਰਮੇਸ਼ਵਰ। ਮੈਂ ਅਲੌਕਿਕਤਾ ਵਿੱਚ ਚੱਲਣਾ ਚਾਹੁੰਦਾ ਹਾਂ, ਮੈਂ ਅਲੌਕਿਕ ਜੀਵਨ ਨੂੰ जीना चाहता हाँ। मेरा जीवन आज तो बाद अलौकिक हो जाए। सभी जन अपने हाथों को उठाएं और प्रार्थना करें, परमेश्वर से कहें, परमेश्वर मैं अलौकिकता में चलना चाहता हूं। मैंने बहुत समय अपना गवा लिया खुदावन, अपने जीवन के समय को मैंने वेस्ट कर दिया। बहुत से दिन, बहुत से महीने, बहुत से साल मैंने वेस्ट कर दिए। लेकिन आज से प्रभु मैं आपके चरणों में आता हूं। आज से मैं अपना एक भी मिनट, एक भी घंटा, एक भी दिन, एक भी महीना, एक भी साल व्यर्थ नहीं जाने दूंगा।